ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਡ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਪੂਰੀ ਦੁਨੀਆ ਦੇ ਵਿੱਚ ਭੁੱਖਮਰੀ ਫੈਲੀ ਹੋਈ ਹੈ। ਆਰਥਿਕ ਮੰਦੀ ਬਹੁਤ ਜ਼ਿਆਦਾ ਹੈ। ਕਰਜ਼ੇ ਵੱਧ ਰਹੇ ਨੇ ਕਿਉਂਕਿ ਮਹਿੰਗੀ ਦਰਾਂ ਦੇ ਉੱਤੇ ਸਰਕਾਰਾਂ ਨੂੰ ਕਰਜ਼ੇ ਮਿਲ ਰਹੇ ਨੇ, ਦੇਸ਼ ਦੇ ਅੰਦਰ ਵੀ ਤੇ ਵਿਦੇਸ਼ਾਂ ਤੋਂ ਵੀ। ਇਸ ਕਰਕੇ ਭੁੱਖਮਰੀ ਦਾ ਇੰਡੈਕਸ ਬਹੁਤ ਜ਼ਿਆਦਾ ਹੋ ਚੁੱਕਾ ਹੈ। ਬੇਰੁਜ਼ਗਾਰੀ ਚਰਮ ਸੀਮਾ ਤੇ ਹੈ। ਯੂਨਾਈਟਿਡ ਨੇਸ਼ਨਸ ਵੱਲੋਂ 86 ਦੇਸ਼ਾਂ ਦੇ ਵਿੱਚ ਫੰਡ ਦਿੱਤਾ ਜਾਂਦਾ ਹੈ ਭੁੱਖੇ ਲੋਕਾਂ ਵਾਸਤੇ, ਤਾਂ ਕਿ ਉਹ ਭੁੱਖ ਨਾਲ ਮਰ ਨਾ ਜਾਣ, ਉਹਨਾਂ ਨੂੰ ਰੋਜ਼ੀ ਰੋਟੀ ਮਿਲਦੀ ਰਹੇ। ਪਰ ਇਸ ਵਕਤ ਮੰਦੀ ਦੇ ਕਾਰਨ ਬਹੁਤ ਮਾੜੀ ਹਾਲਤ ਹੈ ਯੂਨਾਈਟਿਡ ਨੇਸ਼ਨਸ ਦੀ ਵੀ। 38 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਨੇ 86 ਦੇਸ਼ਾਂ ਦੇ ਵਿੱਚ। ਅਫਰੀਕੀ ਦੇਸ਼ ਉਹਦੇ 'ਚ ਆਉਂਦੇ ਨੇ, ਸੀਰੀਆ ਆਉਂਦਾ ਹੈ, ਅਫਗਾਨਿਸਤਾਨ ਆਉਂਦਾ ਹੈ, ਹੋਰ ਕਈ ਦੇਸ਼ ਆਉਂਦੇ ਨੇ ਜਿਹਦੇ ਵਿੱਚ ਭੁੱਖ ਦਾ ਜੋ ਇੰਡੈਕਸ ਹੈ, ਹੰਗਰ ਇੰਡੈਕਸ ਬਹੁਤ ਵਧਿਆ ਹੋਇਆ ਹੈ। ਪਰ ਇਸ ਵਕਤ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਜਿਨ੍ਹਾਂ ਦੇਸ਼ਾਂ ਤੋਂ ਫੰਡ ਮਿਲਦਾ ਯੂਨਾਈਟਿਡ ਨੇਸ਼ਨਸ ਨੂੰ, ਜਿਸ ਤਰ੍ਹਾਂ ਅਮਰੀਕਾ ਤੋਂ ਮਿਲਦਾ ਹੈ, ਹੋਰ ਵੀ ਕਈ ਦੇਸ਼ਾਂ ਤੋਂ ਮਿਲਦਾ, ਯੂਰਪ ਤੋਂ ਮਿਲਦਾ, ਤਾਂ ਉਹ ਸਾਰਾ ਫੰਡ ਬਹੁਤ ਘਟਦਾ ਪਿਆ ਕਿਉਂਕਿ ਦੇਸ਼ ਆਪਣੀ ਇਨਫਲੇਸ਼ਨ ਨੂੰ ਸੰਭਾਲਣ 'ਚ ਲੱਗੇ ਹੋਏ ਨੇ। ਔਰ ਨਾਲ ਜੋ ਆਰਥਿਕ ਮੰਦੀ ਛਾਈ ਹੋਈ ਹੈ ਦੇਸ਼ਾਂ ਦੇ ਵਿੱਚ ਕੋਵਿਡ-19 ਤੋਂ ਬਾਅਦ, ਕਿਉਂਕਿ ਵਾਇਰਸ 19 ਨੇ ਸਭ ਕੁਝ ਵਿਗਾੜ ਕੇ ਰੱਖ ਦਿੱਤਾ, ਉਹ ਹਜੇ ਤੱਕ ਅਰਥ ਵਿਵਸਥਾ ਟਰੈਕ 'ਤੇ ਨਹੀਂ ਆਈ। ਪੂਰੀ ਦੁਨੀਆ ਦੇ ਵਿੱਚ ਮੰਦੀ ਛਾਈ ਹੋਈ ਹੈ। ਇਸ ਕਰਕੇ ਫੰਡਸ ਨਹੀਂ ਮਿਲ ਰਹੇ ਯੂਨਾਈਟਿਡ ਨੇਸ਼ਨਸ ਨੂੰ, ਅਤੇ ਉਹ ਕਟੌਤੀ ਕਰਨ ਜਾ ਰਹੀ ਹੈ। ਉਹਨੇ ਲੋਕਾਂ ਦੇ ਜਿਹੜੇ ਫੂਡ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦੇ ਵਿੱਚ ਇੰਨੀ ਫੂਡ ਸਪਲਾਈ ਨਹੀਂ ਕਰ ਪਾਏਗੀ, ਇੰਨਾ ਪੈਸਾ ਨਹੀਂ ਦੇ ਪਾਏਗੀ ਯੂਨਾਈਟਿਡ ਨੇਸ਼ਨਸ, ਔਰ ਲੋਕ ਭੁੱਖ ਨਾਲ ਮਰ ਵੀ ਸਕਦੇ ਨੇ। ਇਸ ਵਕਤ ਪੂਰੇ ਵਿਸ਼ਵ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਔਰ ਯੂਨਾਈਟਿਡ ਨੇਸ਼ਨਸ ਨੇ ਵੀ ਹੱਥ ਖੜੇ ਕਰ ਦਿੱਤੇ ਨੇ ਕਿ ਸਾਡੇ ਵੱਸ ਦੀ ਗੱਲ ਹੁਣ ਨਹੀਂ ਰਹੀ। ਅਸੀਂ ਜਿੰਨਾ ਵੀ ਫੰਡ ਦੇ ਸਕਦੇ ਹਾਂ ਦੇ ਰਹੇ ਹਾਂ, ਪਰ ਪਿੱਛੋਂ ਜੇ ਸਾਨੂੰ ਸਪਲਾਈ ਨਹੀਂ ਮਿਲੇਗੀ ਅਮੀਰ ਦੇਸ਼ਾਂ ਤੋਂ, ਤਾਂ ਅਸੀਂ ਫਿਰ ਕਿੱਥੋਂ ਦੇਵਾਂਗੇ, ਕਿਉਂਕਿ ਉਹ ਵੀ ਕਟੌਤੀ ਕਰਨ ਜਾ ਰਹੇ ਨੇ ਅਮੀਰ ਦੇਸ਼ ਆਪਣੇ ਫੰਡ ਦੇ ਵਿੱਚ। ਇਸ ਕਰਕੇ ਯੂਨਾਈਟਿਡ ਨੇਸ਼ਨਸ ਨੂੰ ਵੀ ਕਟੌਤੀ ਕਰਨੀ ਪੈ ਰਹੀ ਹੈ। ਸੋ ਹੁਣ ਲੋਕ ਭੁੱਖ ਨਾਲ ਮਰਨ, ਲੋਕ ਬੁਰੇ ਹਾਲ ਵਿੱਚ ਜਿਉਣ, ਇਸ ਦੇ ਵਾਸਤੇ ਯੂਨਾਈਟਿਡ ਨੇਸ਼ਨਸ ਦੇ ਵੀ ਹੱਥ ਖੜੇ ਨੇ। ਉਹਨੇ ਅਰਦਾਸ ਹੀ ਹੋ ਸਕਦੀ ਹੈ ਕਿ ਉਹਨਾਂ ਵਾਸਤੇ ਕੁਝ ਨਾ ਕੁਝ ਐਸਾ ਭਲਾ ਹੋਵੇ ਕਿ ਉਹ ਜ਼ਿੰਦਗੀ ਜਿਉਣ ਦੇ ਲਾਇਕ ਬਣੇ ਰਹਿਣ। ਫਿਲਹਾਲ ਚੱਲਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ 'ਤੇ, ਪੰਜਾਬ ਦੇ ਮੁੱਦਿਆਂ 'ਤੇ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਜੀ, ਜਿਸ ਤਰ੍ਹਾਂ ਤੁਸੀਂ ਸਾਰੇ ਵਿਸ਼ਵ ਦੀ ਗੱਲ ਕੀਤੀ ਹੈ ਕਿ ਵਿਸ਼ਵ ਜਿਹੜਾ ਹੈਗਾ ਇਸ ਵੇਲੇ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹ ਭੁੱਖਮਰੀ ਦੇ ਬੂਹੇ 'ਤੇ ਦਸਤਕ ਦੇ ਰਹੇ ਆ। ਇਹਦੇ ਵਿੱਚ ਉਦਾਹਰਣ ਹੈਗੀ ਹੈ ਕਿ ਸ਼੍ਰੀਲੰਕਾ ਜਿਹੜਾ ਉਹਦੇ ਵਿੱਚ ਇਸ ਤਰ੍ਹਾਂ ਦਾ ਹਾਹਾਕਾਰ ਮੱਚੀ ਸੀ, ਮਹਿੰਗਾਈ ਔਰ ਬੇਰੁਜ਼ਗਾਰੀ ਔਰ ਗਰੀਬੀ ਔਰ ਭੁੱਖਮਰੀ ਦੀ। ਉਹਨੂੰ ਜਿਹੜੀ ਉਹਦੀ ਬਾਂਹ ਫੜੀ ਆ ਭਾਰਤ ਨੇ, ਇੰਡੀਆ ਨੇ ਬਹੁਤ ਕੁਝ ਦਿੱਤਾ, ਉੱਥੇ ਤੇਲ ਵੀ ਦਿੱਤਾ, ਅਨਾਜ ਵੀ ਦਿੱਤੇ। ਔਰ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਵੀ ਇਹਦੇ ਨਾਲ ਜੂਝ ਰਿਹਾ। ਤੁਸੀਂ ਵਿਸ਼ਵ ਦੀ ਗੱਲ ਕੀਤੀ ਹੈ, ਵਿਸ਼ਵ ਦੇ ਵਿੱਚ ਵੀ ਜੋ ਕੁਝ ਹੈਗਾ ਉਹਦੇ ਵਿੱਚ ਅਮਰੀਕਾ ਸਾਰਿਆਂ ਦੀ ਬਾਂਹ ਫੜਦਾ। ਔਰ ਬੇਰੁਜ਼ਗਾਰੀ ਉੱਥੇ ਵੀ ਫੈਲੀ ਆ, ਉੱਥੇ ਵੀ ਬੜਾ ਕੁਝ ਹੋ ਰਿਹਾ। ਸਾਡੇ NRI ਵੀਰ ਬੈਠੇ ਨੇ ਉੱਥੇ। ਅਸਲ 'ਚ ਜੋ ਕੁਝ ਹੁੰਦਾ ਇਹ ਪਾਪੂਲੇਸ਼ਨ ਦੇ ਲਿਹਾਜ਼ ਨਾਲ ਜ਼ਿਆਦਾ ਹੁੰਦਾ। ਗਰੀਬੀ ਨੂੰ ਆਵਾਜ਼ ਅਸੀਂ ਮਾਰਦੇ ਹਾਂ ਪਾਪੂਲੇਸ਼ਨ ਦੀ ਗਰੋਥ ਨਾਲ। ਇੰਡੀਆ 'ਚ ਵੀ ਕਾਲ ਪਿਆ ਬਹੁਤ ਵਾਰ, ਪੰਜਾਬ ਵਿੱਚ ਵੀ ਕਾਲ ਪਿਆ, ਅਨਾਜ ਘੱਟ ਜਾਂਦਾ ਰਿਹਾ। ਸਾਨੂੰ ਵੀ ਕਣਕ ਅਮਰੀਕਾ ਅਤੇ ਰਸ਼ੀਆ ਤੋਂ ਆਉਂਦੀ ਰਹੀ ਹੈ, ਫਿਰ ਮੈਕਸੀਕਨ ਕਣਕ ਦੀ ਪੈਦਾਵਾਰ ਹੋਈ ਹੈ ਅਤੇ ਫਿਰ ਅਸੀਂ ਰੋਟੀ ਖਾਣ ਜੋਗੇ ਹੋਏ ਹਾਂ। ਔਰ ਇੱਥੇ ਪਲੇਗ ਵੀ ਫੈਲਦੀ ਰਹੀ ਹੈ, ਬਿਮਾਰੀਆਂ ਵੀ ਆਉਂਦੀਆਂ ਰਹੀਆਂ। ਹੁਣ ਹੜ੍ਹ ਆ ਗਿਆ। ਇੱਦਾਂ ਦੀਆਂ ਆਫਤਾਂ ਤਾਂ ਆਉਂਦੀਆਂ, ਪਰ ਜਿਹੜੀਆਂ ਜਿਨਸ ਦੀਆਂ ਜਾਂ ਰੋਟੀ ਦੀਆਂ ਜਿਹੜੀਆਂ ਵਿਪਤਾ ਹੈਗੀ ਅਸੀਂ ਆਪ ਛੇੜਦੇ ਹਾਂ। ਇੱਕ ਤਾਂ ਪਾਪੂਲੇਸ਼ਨ ਓਵਰ ਕਰ ਲੈਂਦੇ ਹਾਂ, ਦੂਜਾ ਅਸੀਂ ਪੈਦਾਵਾਰ ਨਹੀਂ ਵਧਾਉਂਦੇ, ਤੀਜਾ ਅਸੀਂ ਉਹਨਾਂ ਏਰੀਆ 'ਤੇ ਕਲੋਨੀਆਂ ਬਣਾ ਦਿੰਦੇ ਹਾਂ। ਜਿਸ ਜ਼ਮੀਨ ਨੇ ਸਾਨੂੰ ਰੋਟੀ ਦੇਣੀ ਆ, ਫੁੱਲ ਦੇਣੇ ਆ, ਅਨਾਜ ਦੇਣਾ, ਜਿਹਦੇ ਵਿੱਚ ਫਲ ਦੇਣੇ ਆ, ਉਹਦੇ 'ਤੇ ਅਸੀਂ ਘਰ ਬਣਾ ਲੈਂਦੇ ਹਾਂ। ਔਰ ਉਹ ਅਸੀਂ ਇਹ ਨਹੀਂ ਸੋਚਦੇ ਕਿ ਜਿਹੜੀ ਜ਼ਮੀਨ ਆ ਸਾਨੂੰ, ਸਾਡੀ ਪਿੰਡਾਂ ਦੀ ਜ਼ਮੀਨ ਜਿਹੜੀ ਅਸੀਂ ਵਧਾ ਕੇ ਕਲੋਨੀਆਂ, ਸ਼ਹਿਰਾਂ ਦੀ ਕਲੋਨੀਆਂ ਬਣਾਤੀਆਂ। ਉਹ ਆਉਂਦੇ ਨੇ ਪਿੰਡਾਂ ਦੀ ਜ਼ਮੀਨ ਸਾਰੀ ਵਿਕ ਗਈ ਆ ਉਹ ਕਲੋਨੀਆਂ ਬਣਨ ਨਾਲ, ਔਰ ਨਜਾਇਜ਼ ਕਲੋਨੀਆਂ ਬਣਦੀਆਂ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਈ ਵਾਰੀ ਆਪਾਂ ਗੱਲ ਕਰਦੇ ਹਾਂ ਕਿ ਮੀਂਹ ਘੱਟ ਪੈਂਦੇ ਜਾਂ ਉਹਦੇ 'ਚ ਕੁਦਰਤੀ ਆਫਤਾਂ ਆਉਂਦੀਆਂ, ਆਪ ਛੇੜਦੇ ਹਾਂ ਅਸੀਂ, ਰੁੱਖ ਕੱਟਦੇ ਹਾਂ, ਹੈ ਨਾ, ਜ਼ਮੀਨਾਂ ਦੇ ਉੱਤੇ ਅਸੀਂ ਮਕਾਨ ਬਣਾ ਦਿੰਦੇ ਹਾਂ। ਅੱਗੇ ਬਹੁਤ ਜ਼ਮੀਨ ਖਾਲੀ ਹੁੰਦੀ ਪਸ਼ੂਆਂ ਲਈ, ਚਾਰਗਾਹ ਬਣਾਉਂਦੇ ਸੀ, ਰੋਈਆਂ ਹੁੰਦੀਆਂ ਸੀ, ਛੱਪੜ ਹੁੰਦੇ ਸੀਗੇ, ਹੈ ਨਾ, ਉਹਦੇ ਨਾਲ ਛੱਪੜ ਹੁੰਦੇ ਸੀ, ਪਾਣੀ ਵਾਧੂ ਪੈ ਜਾਂਦਾ। ਹੁਣ ਹੜ੍ਹ ਦਾ ਕਾਰਨ ਇਹੋ ਹੀ ਹੈ, ਸਾਡੇ ਕੋਲ ਵੇਸਟ ਪਾਣੀ ਜਿਹੜਾ ਹੈਗਾ ਕਿਤੇ ਰੱਖਣ ਦੀ ਜਗ੍ਹਾ ਨਹੀਂ। ਜਦੋਂ ਛੱਪੜ ਹੁੰਦੇ ਸੀ ਬੜਾ ਸਾਫ਼ ਪਾਣੀ ਹੁੰਦਾ ਸੀ, ਕੱਪੜੇ ਧੋਂਦੀਆਂ ਜਨਾਨੀਆਂ ਵਿੱਚ ਨਹਾਉਂਦੇ ਸੀ, ਲੋਕ ਬੱਚੇ ਗਾਉਂਦੇ ਸੀ, ਨੱਚਦੇ ਸੀ, ਬੜਾ ਕੁਛ ਹੁੰਦਾ ਸੀ। ਉਹ ਸਵਿਮਿੰਗ ਪੂਲ ਸੀ ਇੱਕ ਤਰ੍ਹਾਂ ਦੇ ਉਸ ਟਾਈਮ ਦੇ। ਅਸੀਂ ਉਹਨਾਂ ਨੂੰ ਸੁੰਗੜ ਕੇ ਘਰਾਂ ਦੇ ਵਿੱਚ ਲੈਂਦੇ ਆ, ਉਹਦੇ ਵਿੱਚ ਅਸੀਂ ਪਲਾਸਟਿਕ ਦੇ ਬਣਾ ਕੇ ਅਤੇ ਉਹ ਸਵਿਮਿੰਗ ਪੂਲ ਬਣਾ ਲਿਆ। ਇਹ ਸੋਚ ਬੰਦੇ ਦੀ ਸੁੰਗੜਦੀ ਹੈ। ਜੋ ਅਸੀਂ ਵਿਸ਼ਾਲ ਸੋਚ ਨਾਲ ਚੱਲਦੇ ਹਾਂ ਬਚ ਜਾਂਦੇ ਹਾਂ। ਪਿੱਪਲਾਂ 'ਤੇ ਬੋੜਾਂ 'ਤੇ ਪੀਂਘਾਂ, ਤੀਆਂ, ਸਾਵਣ ਦਾ ਮਹੀਨਾ, ਤੀਆਂ ਨੱਚਣ ਦਾ ਕੁੜੀਆਂ ਦਾ,
ਸੰਧਾਰਾ ਲੈ ਕੇ ਆਉਣਾ ਮਾਂ ਪਿਓ ਦਾ, ਸਾਰਾ ਕੁਝ ਅਲੋਪ ਗਵਾਚ ਗਿਆ, ਰੁੱਖ ਕੱਟੇ ਗਏ। ਇਹ ਅਸੀਂ ਇਸੇ ਕਰਕੇ ਕੁਦਰਤ ਦੀ ਛੇੜ ਕਰਕੇ ਅਸੀਂ ਆਪ ਭੁੱਖੇ ਮਰਾਂਗੇ, ਆਪ ਅਸੀਂ ਮਰਾਂਗੇ, ਅਸੀਂ ਆਪ ਜਿਹੜਾ ਹੈਗਾ ਨੁਕਸਾਨ ਆਪਣੇ ਆਪ ਨੂੰ ਪਹੁੰਚਾਵਾਂਗੇ। ਅਮਰੀਕਾ ਦੇ ਵਿੱਚ ਕਿਉਂਕਿ ਵਿਆਜ ਦੀਆਂ ਦਰਾਂ ਵਧਾਈਆਂ ਜਾ ਰਹੀਆਂ ਨੇ, ਜੀ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੰਦੀ ਆਵੇ, ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਈ ਵਾਰ ਅਰਥਚਾਰੇ ਨੂੰ ਇੱਕ ਸਰਕਲ ਦੇਣ ਵਾਸਤੇ। ਸਹੀ ਗੱਲ। ਵਿਆਜ ਦਰਾਂ ਵਧਾ ਰਹੇ ਨੇ, ਉਸੇ ਤਰ੍ਹਾਂ ਹੀ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਵੀ ਅਮਰੀਕਾ ਦੇ ਵਾਕਨ ਆਪਣੀਆਂ ਵਿਆਜ ਦਰਾਂ ਵਧਾਉਣੀਆਂ ਪੈ ਰਹੀਆਂ ਨੇ, ਕਿਉਂਕਿ ਜੇ ਉਹ ਇਸ ਤਰ੍ਹਾਂ ਨਹੀਂ ਕਰਨਗੇ ਤਾਂ ਪੂਰੀ ਵਰਲਡ ਮਾਰਕੀਟ ਕ੍ਰੈਸ਼ ਹੋ ਸਕਦੀ ਹੈ। ਇਸ ਕਰਕੇ ਇਹ ਜ਼ਿਆਦਾ ਜ਼ਰੂਰੀ ਹੈ। ਔਰ ਉਸੇ ਕਾਰਨ ਇਹ ਬੇਰੁਜ਼ਗਾਰੀ, ਕਿਉਂਕਿ ਜਿਉਂ-ਜਿਉਂ ਵਿਆਜ ਦਰਾਂ ਵਧਣਗੀਆਂ ਤਿਉਂ-ਤਿਉਂ ਕਰਜ਼ਾ ਲੈਣਾ ਔਖਾ ਹੋ ਜਾਏਗਾ ਇਹਨਾਂ ਕਾਰਪੋਰੇਟਸ ਵਾਸਤੇ, ਬਿਜ਼ਨਸ ਦੇ ਜਿਹੜੇ ਸਾਰੇ ਇਦਾਰੇ ਨੇ। ਉਸ ਤੋਂ ਬਾਅਦ ਕੀ ਹੋਏਗਾ ਕਿ ਉਹਦਾ ਬੇਰੁਜ਼ਗਾਰੀ ਵਧੇਗੀ, ਕਿਉਂਕਿ ਰੋਜ਼ਗਾਰ ਦੇ ਉੱਤੇ ਉਹਦਾ ਸਿੱਧਾ ਅਸਰ ਪਏਗਾ, ਕਿਉਂਕਿ ਉਹ ਇੰਨਾ ਰੋਜ਼ਗਾਰ ਦੇ ਨਹੀਂ ਸਕਣਗੇ, ਕਿਉਂਕਿ ਉਹ ਜ਼ਿਆਦਾਤਰ ਬਿਜ਼ਨਸ ਜੋ ਹੈ ਉਹ ਕਰਜ਼ਿਆਂ ਦੇ ਉੱਤੇ ਹੀ ਚੱਲਦਾ ਹੈ। ਸੋ ਅਮਰੀਕਾ ਦੇ ਵਿੱਚ ਬੇਰੁਜ਼ਗਾਰੀ ਵਧੀ ਹੈ ਔਰ ਮਹਿੰਗਾਈ ਵੀ ਵਧੀ ਹੈ, ਕਿਉਂਕਿ ਪ੍ਰੋਡਕਸ਼ਨ ਜਿੰਨੀ ਹੋਏਗੀ, ਜੇ ਡਿਮਾਂਡ ਉਸ ਤੋਂ ਜ਼ਿਆਦਾ ਹੈ ਤਾਂ ਹਮੇਸ਼ਾ ਮਹਿੰਗਾਈ ਹੋਏਗੀ। ਸੋ ਕੁੱਲ ਮਿਲਾ ਕੇ ਸਥਿਤੀ ਇਹ ਬਣੀ ਹੋਈ ਹੈ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਦਰ ਦੇ ਵਿੱਚ ਅਮਰੀਕਾ ਦੇ ਵਿੱਚ ਵਾਧਾ ਹੋ ਰਿਹਾ ਹੈ। ਹਾਂ, ਜਿਸ ਤਰ੍ਹਾਂ ਮਹਿੰਗਾਈ ਤੇ ਬੇਰੁਜ਼ਗਾਰੀ ਤੇ ਗਰੀਬੀ, ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ, ਇਹ ਕੋਈ ਵੀ ਦੇਸ਼ ਇਹ ਤੋਂ ਬਚਿਆ ਨਹੀਂ। ਤੁਸੀਂ ਅਮਰੀਕਾ ਦੀ ਜ਼ਮੀਨ ਤੇ ਜਾ ਕੇ ਵੇਖੋ, ਉੱਥੇ ਵੀ ਪੁਲਾਂ ਦੇ ਥੱਲੇ ਲੋਕ ਬੈਠੇ ਆ, ਰਜਾਈਆਂ ਲੈ ਕੇ, ਕੰਬਲ ਲੈ ਕੇ, ਬੇਘਰੇ ਹੈਗੇ ਆ। ਉਹਨਾਂ ਕੋ ਵੀ ਇਸ ਮਾਰ ਦਾ ਜਿਹੜਾ ਚੱਲਣਾ ਔਖਾ। ਔਰ ਉਹਦੇ ਨਾਲ ਜਿਹੜਾ ਇੰਡੀਆ 'ਚ ਤਾਂ ਹੈ ਹੀ ਹੈ ਅਤੇ ਰਹੀ ਹੈਗੀ ਆ, ਇਹਦੇ 'ਤੇ ਤਾਂ ਅਸੀਂ ਪਾਵਰਟੀ ਲਾਈਨ ਤੋਂ ਬਹੁਤ ਸੂਬੇ ਸਾਡੇ ਥੱਲੇ ਆ। ਔਰ ਪੰਜਾਬ ਜਿਹੜਾ ਹੈਗਾ ਇਹ ਵਾਕਈ ਖੁਸ਼ਹਾਲ ਹੈਗਾ। ਪੰਜਾਬ 'ਚ ਪਾਵਰਟੀ ਲਾਈਨ ਤੋਂ ਲੋਕ ਨਹੀਂ ਹੈਗੇ ਔਰ ਲੋਕ ਜਿਹੜੇ ਹੈਗੇ ਆ ਖੁਸ਼ਹਾਲ ਨੇ। ਬਾਹਰ ਵੀ ਬੈਠੇ ਆ ਲੋਕ ਔਰ ਮਿਹਨਤ ਮਜ਼ਦੂਰੀ ਮਿਲਦੀ ਆ, ਨਰੇਗਾ ਵਰਗੀਆਂ ਜਿਹੜੀਆਂ ਸਕੀਮਾਂ ਵੀ ਇੱਥੇ ਆ ਗਈਆਂ, ਬੜਾ ਕੁਛ ਹੈਗਾ। ਔਰ ਪੰਜਾਬ ਸਰਕਾਰ ਵੀ ਉਹਨਾਂ ਦਾ ਬਾਂਹ ਫੜਦੀ ਹੈ। ਬੇਰੁਜ਼ਗਾਰੀ ਦੇ ਤਹਿਤ ਨਾਲ ਹੁਣੇ ਜਿਹੜੇ ਬੇਰੁਜ਼ਗਾਰ ਟੀਚਰ ਉਹਨਾਂ ਨੂੰ ਇਹਨਾਂ ਨੇ ਅਪੁਆਇੰਟਮੈਂਟ ਲੈਟਰ ਦਿੱਤੇ ਆ, ਉਹਨਾਂ ਨੂੰ ਪੱਕੇ ਕਰ ਦਿੱਤਾ ਗਿਆ ਔਰ ਉਹਦੇ 'ਚ ਪੁਲਿਸ ਵਿੱਚ ਵੀ ਭਰਤੀ ਕੀਤੀ ਆ। ਬੇਰੁਜ਼ਗਾਰੀ ਦੇ ਲਈ ਇਹਨਾਂ ਨੇ ਥੋੜ੍ਹਾ ਜਿਹਾ ਜਿਹੜਾ ਕੰਮ ਕੀਤਾ, ਯਤਨ ਕੀਤਾ। ਔਰ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ, ਵਿਸ਼ਵ ਦੀ ਪੂਰੇ ਦੀ ਗੱਲ ਕਰੀਏ, ਤਾਂ ਜੇ ਜਾਂਦੇ ਕਿ ਉਹਨੂੰ ਸੈਟਬੈਕ ਲੱਗਦੀ ਹੈ ਤਾਂ ਪੂਰੇ ਵਰਲਡ ਨੂੰ ਲੱਗਦੀ ਆ। ਕਿਉਂਕਿ ਜੇ ਅਸੀਂ ਬੇਰੁਜ਼ਗਾਰੀ ਜਾਂ ਇਕਨੋਮੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਬੈਂਕਾਂ ਵੀ ਢਹਿ ਢੇਰੀ ਹੋਈਆਂ, ਬਹੁਤ ਬੈਂਕਾਂ ਦਾ ਜਿਹੜਾ ਨੁਕਸਾਨ ਹੋ ਗਿਆ ਮਾਇਕ ਤੌਰ 'ਤੇ। ਔਰ ਉਹਦੇ ਵਿੱਚੋਂ ਕੰਪਨੀਆਂ ਨੇ ਉਹਦੇ ਵਿੱਚੋਂ ਆਪਣਾ ਅਕਾਊਂਟ ਕਢਵਾ ਲਿਆ, ਕੰਪਨੀ ਉਹਦੇ ਨਾਲ ਨਹੀਂ ਮਿਲੀਆਂ, ਕਾਰਪੋਰੇਟ ਦੇ ਅੰਡਰ ਚੱਲ ਰਹੀਆਂ ਸੀ ਉਹਨਾਂ ਦੀ ਬੈਂਕਾਂ, 3-4 ਬੈਂਕਾਂ ਉਹਨਾਂ ਦੀਆਂ ਡਾਊਨ ਹੋ ਗਈਆਂ। ਔਰ ਬੇਰੁਜ਼ਗਾਰੀ ਦਾ ਮਤਲਬ ਹੈਗਾ ਕਿ ਕੰਪਨੀਆਂ ਪ੍ਰਾਈਵੇਟ ਜਿਹੜੀਆਂ ਚੱਲਦੀਆਂ ਸੀ, ਉਹਨਾਂ ਨੇ ਬਗੈਰ ਮਤਲਬ ਹੀ ਉੱਥੋਂ ਬੰਦਿਆਂ ਨੂੰ ਜਿਹੜਾ ਨਾ ਨੋਟਿਸ ਦੇ ਦਿੱਤਾ ਕਿ ਤੁਸੀਂ ਹੁਣ ਕੰਪਨੀ ਛੱਡ ਜਾਓ, ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ। ਇਸ ਕਰਕੇ ਕਿ ਕੰਪਨੀ ਆਪ ਘਾਟੇ 'ਚ ਜਾ ਰਹੀਆਂ ਸੀਗੀਆਂ। ਇਹਦਾ ਕਰਕੇ ਵੀ ਬੜਾ ਕੁਛ ਹੋਇਆ, ਜਿਹਦੇ ਵਿੱਚ ਸਾਡੇ ਕੁਛ NRI ਵੀਰ ਵੀ ਬੈਠੇ ਨੇ ਉੱਤੇ, ਪਰ ਖਾਸ ਤੌਰ 'ਤੇ ਜਿਹੜੇ ਪੰਜਾਬੀ ਲੋਕ ਬੈਠੇ ਨੇ ਉਹ ਬੜੇ ਖੁਸ਼ਹਾਲ ਉੱਤੇ ਮਿਹਨਤ ਕਰਦੇ ਆ। ਔਰ ਐਗਰੀਕਲਚਰ ਲੈਂਡ ਉਹਨਾਂ ਕੋਲ ਹੈਗੀ ਆ, ਔਰ ਬਾਗ ਆ, ਔਰਚਰਡ ਜਿਨ੍ਹਾਂ ਨੂੰ ਕਹਿੰਦੇ, ਬਗੀਚੇ ਉਹਨਾਂ ਦੇ ਹੈਗੇ ਆ, ਹਵਾਈ ਜਹਾਜ਼ ਹੈਗੇ ਆ, ਹੈਲੀਕਾਪਟਰ ਹੈਗੇ ਆ, ਬੜੇ ਖੁਸ਼ਹਾਲ ਹੈਗੇ ਆ। ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ, ਜਿਹੜੀ ਸਿੱਖ ਕਮਿਊਨਿਟੀ ਹੈ, ਇਹ ਖਾਸ ਤੌਰ 'ਤੇ ਮਿਹਨਤ ਬਹੁਤ ਕਰਦੇ ਆ। ਤਮਾਮ ਪੰਜਾਬੀ ਜਿਹੜੀ ਹੈਗੇ ਮਿਹਨਤੀ ਹੈਗੇ ਆ। ਉੱਥੇ ਬੜੀਆਂ ਵੱਡੀਆਂ ਕਲੋਨੀਆਂ ਇਹਨਾਂ ਦੀਆਂ, ਘਰ ਬਹੁਤ ਸੋਹਣੇ ਹੈਗੇ ਆ। ਔਰ ਇਹ ਗੱਲ ਬੜੀ ਅਸੀਂ ਫਖਰ ਅਤੇ ਸ਼ਾਨ ਨਾਲ ਕਹਿੰਦੇ ਹਾਂ। ਔਰ ਅਸੀਂ ਆਪਣੀ ਇੱਕ ਦੁੱਗਣੀ ਚੌੜੀ ਕਰਕੇ ਕਹਿੰਦੇ ਕਿ ਪੰਜਾਬ ਦੇ ਲੋਕ ਹੀ ਉੱਥੇ ਮੋਹਰੀ ਨੇ। ਔਰ ਕੇਰਲਾ, ਮਦਰਾਸ, ਦੂਸਰੇ ਜਿਹੜੇ ਮੁੰਡੇ ਆ ਬੜੇ ਵੈਲ ਐਜੂਕੇਟਡ ਉਹ ਬੈਠੇ ਨੇ। ਇਸ ਕਰਕੇ ਅਸੀਂ ਇਸ ਅੰਕ ਨੂੰ ਦੁਬਾਰਾ ਰਿਪੀਟ ਕਰ ਰਹੇ ਹਾਂ ਕਿ ਜੇ ਉੱਥੇ ਬੇਰੁਜ਼ਗਾਰੀ ਸਾਰਾ ਕੁਛ, ਪਰ ਸਾਨੂੰ ਉਹਦੀ ਸੈਟਬੈਕ ਘੱਟ ਲੱਗੀ ਹੈ ਇੰਡੀਆ ਨੂੰ, ਭਾਰਤ ਨੂੰ। ਔਰ ਮੋਦੀ ਸਾਹਿਬ ਹੁਣੇ ਉੱਥੇ ਚੱਕਰ ਲਾ ਕੇ ਆਏ, ਵਿਜ਼ਿਟ ਕਰਕੇ ਆਏ, ਉਹਨਾਂ ਨੂੰ ਮਿਲੇ ਆ ਸਾਰੇ ਲੋਕਾਂ ਨੂੰ। ਔਰ ਉਹ ਇੱਕ ਤਾਂ ਉੱਥੇ ਇਲੈਕਸ਼ਨ ਆਉਣ ਆ ਰਹੀ ਹੈ, ਉਹਦਾ ਵੀ ਰੌਲਾ ਪੈ ਗਿਆ। ਸੋਸ਼ਲ ਮੀਡੀਆ ਨੇ ਬੜਾ ਕੁਛ ਕਰ ਦਿੱਤਾ, ਉਹ ਵੀ ਉਥਲ ਪਥਲ ਹੋ ਗਿਆ। ਬਾਈਡਨ ਸਾਹਿਬ ਨੇ ਜੋ ਕੁਛ ਕੀਤਾ, ਜੋ ਕੁਛ ਉਹ ਆਂਦੇ ਸਹੂਲਤਾਂ ਸਾਨੂੰ ਇੰਨੀਆਂ ਮਿਲੀਆਂ ਨੇ। ਟਰੰਪ ਆਪਣੇ ਥਾਂ ਖਿੱਚੋਤਾਣੀ ਕਰਦਾ। ਇਹ ਸਿਆਸੀ ਮਸਲੇ ਵੀ ਹੁੰਦੇ ਆ, ਬੜਾ ਕੁਛ ਹੁੰਦੇ ਆ। ਪਰ ਖਾਸ ਤੌਰ 'ਤੇ ਸਾਰੇ ਦੇਸ਼ਾਂ ਦਾ ਨਜ਼ਰ ਜਿਹੜੀ ਹੈਗੀ ਆ ਅਮਰੀਕਾ 'ਤੇ ਹੁੰਦੀ ਆ। ਜੇ ਅਮਰੀਕਾ ਡਾਊਨ ਹੈ ਤਾਂ ਪੂਰੀ ਦੁਨੀਆ ਡਾਊਨ ਹੈ। ਜੇ ਉਹਦਾ ਡਾਲਰ ਡਾਊਨ ਹੈ ਤਾਂ ਪਤਾ ਲੱਗ ਜਾਂਦਾ ਵੀ ਡਾਲਰ ਥੱਲੇ ਚਲ ਗਿਆ। ਔਰ ਡਾਲਰ ਜਾਣ ਨਾਲ ਸਾਰੀ ਇਕਨੋਮੀ ਡਾਊਨ ਹੋ ਜਾਂਦੀ ਆ। ਇੱਕ ਜ਼ਮਾਨਾ ਸੀਗਾ ਜਦੋਂ ਸਾਡੇ 1 ਰੁਪਏ ਦੇ 13 ਡਾਲਰ ਮਿਲਦੇ ਸੀ ਅਤੇ 6 ਪਾਉਂਡ ਮਿਲਦੇ ਸੀ। ਇੰਡੀਆ ਵੀ ਇੱਕ ਟਾਈਮ 'ਤੇ ਬਹੁਤ ਕਰਿਆ ਹੈਗਾ। ਹੁਣ ਸਾਡੇ ਜਿਹੜੇ NRI ਵੀਰ ਉੱਥੇ ਬੈਠੇ ਆ, ਕਮਾਈ ਕਰਦੇ ਆ। ਹੁਣ ਡਾਲਰ 82 ਤੱਕ ਪਹੁੰਚ ਗਿਆ ਔਰ 62 ਤੱਕ ਕੈਨੇਡੀਅਨ ਡਾਲਰ ਪਹੁੰਚ ਗਿਆ। ਔਰ ਇਹਦੇ ਨਾਲ ਬੜਾ ਅਸੀਂ ਅੱਗੇ ਆ ਗਏ। ਜਦੋਂ ਡਾਲਰ ਡਾਊਨ ਹੁੰਦਾ, ਰੁਪਈਆ ਵੀ ਡਾਊਨ ਹੁੰਦਾ। ਔਰ ਉਹ ਜ਼ਮਾਨਾ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਿਆਣੇ ਲੋਕ ਆਉਂਦੇ ਆ ਕਿ ਤੁਸੀਂ ਉਸ ਤਰ੍ਹਾਂ ਦੇ ਪਿਛਲਾਗ ਨਾ ਬਣੋ, ਉਸ ਤਰ੍ਹਾਂ ਦਾ ਨਾ ਕਰੋ। ਇਹ ਨਾ ਹੋ ਜੇ ਕਿ ਤੁਹਾਨੂੰ ਫਿਰ ਮੋੜ ਕੱਟਣਾ ਪਵੇ ਅਤੇ ਇੰਡੀਆ ਆਉਣਾ ਪਵੇ ਜਾਂ ਪੰਜਾਬ 'ਚ ਆਉਣਾ ਪਵੇ। ਉੱਥੇ ਵੀ ਜਾਇਦਾਦਾਂ ਬਣਾਓ, ਇੱਥੇ ਵੀ ਜਾਇਦਾਦ ਬਣਾਓ, ਆਪਣੇ ਪੰਜਾਬ 'ਚ ਵੀ ਬਣਾਓ। ਆਪਣੇ ਘਰਾਂ ਨੂੰ ਵੇਚੋ ਨਾ, ਜ਼ਮੀਨਾਂ ਨੂੰ ਵੇਚੋ ਨਾ, ਕਲੋਨੀਆਂ ਨਾ ਬਣਾਓ। ਜੋ ਜਿਸ ਤਰ੍ਹਾਂ ਦਾ ਸਟੇਬਿਲਟੀ ਹੈ ਸੀ ਉਹਨੂੰ ਬਚਾ ਕੇ ਰੱਖੋ। ਬਹੁਤ ਬੁੱਧੀਮਾਨ ਅਤੇ ਜਿਹੜੇ ਹੈਗੇ ਨੇ ਅਰਥ ਸ਼ਾਸਤਰੀ ਕਹਿੰਦੇ ਆ
ਕਿ ਆਪਣੇ ਆਪ ਨੂੰ ਬਚਾਉਣਾ ਤੇ ਸਿਰਫ ਅਸੀਂ ਬਾਹਰਲੀਆਂ ਜਾਇਦਾਦਾਂ 'ਤੇ ਨਾ ਨਿਰਭਰ ਹੋਈਏ। ਇੰਡੀਆ ਤੇ ਪੰਜਾਬ ਦੀ ਜਾਇਦਾਦ ਜਿਹੜੀ ਹੈਗੀ ਆ, ਧਰਤੀ ਇਹਨੂੰ ਸੰਭਾਲ ਕੇ ਰੱਖੀਏ। ਇਹਦੇ ਵਿੱਚ ਹੀ ਸਾਡਾ ਇਹ ਜਨਮ ਭੂਮੀ ਹੈ, ਸਾਡੀ ਇਹ ਸਾਰੀ ਸਾਡੀ ਕਿਰਤ ਵਿਦਿਆ। ਅਸੀਂ ਇੱਥੇ ਹੀ ਰਹਾਂਗੇ ਤੇ ਫਿਰ ਅਸੀਂ ਜੀ ਸਕਦੇ ਹਾਂ। ਬਿਲਕੁਲ ਠੀਕ ਹੈ ਜੀ। ਔਰ ਅੱਗੇ ਹੈ ਕਿ ਜਿਹੜੇ ਸਾਬਕਾ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਜੀ ਹੈਨਰੀ ਕਿਸਿੰਗਰ, ਆ ਉਹ ਅਮਰੀਕਾ ਦੀ ਧਰਤੀ ਤੋਂ ਚੀਨ ਦੀ ਧਰਤੀ ਤੇ ਯਾਤਰਾ ਲਈ ਗਏ ਹੋਏ ਨੇ ਔਰ ਚੀਨ ਦੀ ਧਰਤੀ ਤੇ ਉਹਨਾਂ ਦਾ ਖਾਸ ਸਵਾਗਤ ਹੋਇਆ। ਉੱਥੇ ਵੀ ਕੁਝ ਅਜਿਹੀਆਂ ਗੱਲਾਂ ਕਹੀਆਂ ਨੇ ਜੋ ਚੀਨ ਚਾਹੁੰਦਾ ਹੈ ਕਿ ਉਹ ਅਮਰੀਕਾ ਦਾ ਵਿਦੇਸ਼ ਮੰਤਰੀ ਕਵੇ, ਜਿਹਦੇ 'ਚ ਕੁਝ ਨਾ ਕੁਝ ਅਜਿਹੀ ਗੱਲ ਹੋਵੇ ਜੋ ਅਮਰੀਕਾ ਦੇ ਵਿਰੁੱਧ ਜਾਂਦੀ ਹੈ ਜਾਂ ਅਮਰੀਕਾ ਦੇ ਉੱਤੇ, ਉਹਦੀ ਸਾਖ ਦੇ ਉੱਤੇ ਚੋਟ ਮਾਰਦੀ ਹੈ। ਹਾਂ, ਹੈਨਰੀ ਕਿਸਿੰਗਰ ਜੀ ਇਹ ਹੈਗੇ ਸੀਗੇ ਵਿਦੇਸ਼ ਮੰਤਰੀ ਸਾਬਕਾ, ਔਰ ਬੜੀ ਦੇਰ ਬਾਅਦ ਉੱਥੇ ਪਹੁੰਚੇ ਆ ਔਰ ਉਹਨਾਂ ਦਾ ਵੈਲਕਮ ਬੜਾ ਪੁਰਜੋਸ਼ ਨਾਲ ਕੀਤਾ ਉਹਨਾਂ ਨੇ ਔਰ ਗਾਰਡ ਆਫ ਆਨਰ ਔਰ ਬੜੇ ਤਰੀਕੇ ਨਾਲ ਮਿਲੇ ਆ। ਜੋ ਮੋਦੀ ਸਾਹਿਬ ਜਦੋਂ ਗਏ ਆ, ਇਕੱਲੇ ਹੀ ਏਅਰਪੋਰਟ ਤੇ ਖੜੇ ਸੀ ਜਾਂ 2-4 ਬੰਦੇ ਸੀ। ਇਹਨਾਂ ਲਈ ਲਾਮ ਲਸ਼ਕਰ ਸੀਗਾ। ਇੱਕ ਤਾਂ ਅਮਰੀਕਨ ਆ, ਇੱਕ ਪੁਰਾਣੇ ਵਿਦੇਸ਼ ਮੰਤਰੀ ਆ, ਨੀਤੀਵਾਨ ਆ, ਕੂਟਨੀਤੀਵਾਨ ਆ ਔਰ ਬੜਾ ਕੁਝ ਉਹਨਾਂ ਦੇ ਵਿੱਚ ਸੀਗਾ। ਔਰ ਉਹਨਾਂ ਨੇ ਕਿਹਾ ਜੇ ਇਹਨਾਂ ਨੂੰ ਅੱਛੀ ਵੈਲਕਮ ਕਰੀਏ, ਇਹਨਾਂ ਨੂੰ ਖੁਸ਼ ਰੱਖੀਏ ਤੇ ਬਹੁਤ ਕੁਝ ਬੋਲਣਗੇ, ਬਹੁਤ ਭੇਦ ਦੱਸਣਗੇ, ਬੜਾ ਕੁਝ ਸਾਡੇ ਨਾਲ ਗੱਲਾਂ ਕਰਨਗੇ। ਔਰ ਰਿਗਾਰਡ ਕੀਤਾ ਉਹਨਾਂ ਨੇ। ਔਰ ਉਹਨਾਂ ਨਾਲ ਜਦੋਂ ਮੀਟਿੰਗ ਹੋਈ ਇਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਜੋ ਕੁਝ ਉਥਲ-ਪੁਥਲ ਹੋਇਆ, ਇਹ ਬੜਾ ਕੁਝ ਸਿਆਸੀ ਮਸਲੇ ਇਹਦੇ ਵਿੱਚ ਹੈ ਔਰ ਇਹਦੇ ਵਿੱਚ ਜਿਹੜੀਆਂ ਕੰਪਨੀਆਂ ਉਹਨਾਂ ਨੇ ਲੇਖਾ ਜੋਖਾ ਜਿਹੜਾ ਹੈਗਾ ਉਲਟਾ ਕਰ ਦਿੱਤਾ, ਬੈਂਕਾਂ ਡਾਊਨ ਹੋ ਗਈਆਂ। ਔਰ ਉਹਨਾਂ ਨੇ ਇਹ ਕਿਹਾ ਹੈਗਾ ਕਿ ਫਿਰ ਵੀ ਅਮਰੀਕਾ ਸਟੇਬਲ ਹੈਗਾ, ਇਹਦੇ ਵਿੱਚ ਇਲੈਕਸ਼ਨ ਆਉਣ ਵਾਲੀ ਹੈਗੀ ਆ। ਔਰ ਮੋਦੀ ਸਾਹਿਬ ਦਾ ਜ਼ਿਕਰ ਕੀਤਾ ਉਹਨਾਂ ਨੇ, ਉਹ ਵੀ ਆਏ, ਕਹਿੰਦੇ ਏਸ਼ੀਅਨ ਕੰਟਰੀ ਦੇ ਜਿੰਨੇ ਲੋਕ ਨੇ ਪਬਲਿਕ ਉੱਥੇ ਬੈਠੀ, ਉਹਨਾਂ ਨੇ ਉਹਨਾਂ ਦਾ ਬਹੁਤ ਵਧੀਆ ਵੈਲਕਮ ਤੇ ਸਵਾਗਤ ਕੀਤਾ। ਔਰ ਉਹਨਾਂ ਦੀ 1 ਘੰਟਾ ਮੀਟਿੰਗ ਹੋਈ ਹੈ। ਫਿਰ ਸ਼ੀ ਜਿਨਪਿੰਗ ਉਹਨਾਂ ਨੇ ਡਿਨਰ ਕੀਤਾ ਔਰ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਮਿਲਾਪ ਉਹਨਾਂ ਦਾ ਔਰ ਉਹਨਾਂ ਦਾ ਮੁਲਾਕਾਤ ਔਰ ਉਹਨਾਂ ਦੇ ਵਿੱਚ ਅਮਰੀਕਾ ਦੀ ਜਿਹੜੀ ਕੂਟਨੀਤਿਕ ਜਾਂ ਨੀਤੀ ਜਿਹੜੀ ਜਾਂ ਵਿਦੇਸ਼ ਨੀਤੀ ਉਹਦੀਆਂ ਗੱਲਾਂ ਬਾਤਾਂ ਹੋਈਆਂ। ਹਾਲਾਂਕਿ ਉਹ ਸਾਬਕਾ ਵਿਦੇਸ਼ ਮੰਤਰੀ ਰਹੇ, ਪਰ ਫਿਰ ਵੀ ਹੈ ਤਾਂ ਉਹ ਨੇਤਾ ਰਹੇ। ਉਹਨਾਂ ਨੂੰ ਪਤਾ ਹੈਗਾ ਪ੍ਰਮੁੱਖ ਤੌਰ 'ਤੇ ਵੀ ਇੰਡੀਆ ਜਿਹੜਾ ਅਮਰੀਕਾ ਕਿੱਥੇ ਖੜਾ। ਔਰ ਉਹ ਹੁਣ ਇਹਨਾਂ ਨੇ ਜੋ ਕੁਝ ਕੀਤਾ ਉਹਦੇ ਵਿੱਚ ਕੋਈ ਚੁਗਲੀ ਨਹੀਂ, ਜਿਹਨੂੰ ਕਹਿੰਦੇ ਪੰਜਾਬੀ 'ਚ ਬਦਕੋਈ ਨਹੀਂ ਕੀਤੀ ਉਹਨਾਂ ਨੇ। ਉਹ ਜਿਹੜੀਆਂ ਸੱਚੀਆਂ ਗੱਲਾਂ ਉਹ ਕੀਤੀਆਂ, ਕਿਉਂਕਿ ਮੀਡੀਆ ਸਾਹਮਣੇ ਕਰ ਦਿੰਦਾ ਸਾਰਾ ਕੁਝ। ਮੀਡੀਆ ਤਾਂ ਆ ਵੀ ਡਰ ਹੁੰਦਾ ਕਿ ਜੋ ਮੈਂ ਝੂਠ ਬੋਲਿਆ ਉਹ ਉੱਥੇ ਪਹੁੰਚ ਜਾਣਾ। ਇਹ ਫਾਈਲ ਵਰਕ ਨਹੀਂ ਕਿ ਲਿਖ ਦਿੱਤਾ ਤੇ ਫਾਈਲ ਅੰਦਰ ਚਲੀ ਗਈ ਤੇ ਦੂਜੇ ਟੇਬਲ 'ਤੇ ਚਲੀ ਗਈ। ਮੀਡੀਆ 1 ਮਿੰਟ 'ਚ ਸਾਰਾ ਕੁਝ ਪਰਦਾਫਾਸ਼ ਕਰ ਦਿੰਦਾ ਔਰ ਵਧੀਆ ਗੱਲ ਹੈਗੀ ਆ। ਔਰ ਸਾਡੇ ਵੀ ਵਿਦੇਸ਼ ਮੰਤਰੀ ਉੱਥੇ ਜਾਂਦੇ ਆ, ਸਾਡੇ ਕੂਟਨੀਤਿਕ ਨੇਤਾ ਜਾਂਦੇ ਆ। ਡੋਵਾਲ ਜੀ ਗਏ ਆ ਔਰ ਉਹਦੇ ਨਾਲ ਸਾਡੇ ਜੈ ਸ਼ੰਕਰ ਜੀ ਗਏ ਉਦੋਂ ਪਹਿਲੋਂ, ਪਰ ਇਹਨਾਂ ਨਾਲ ਇਸ ਮੀਟਿੰਗ 'ਚ ਨਹੀਂ ਗਏ। ਉਦੋਂ ਪਹਿਲੋਂ ਜਿਹੜੇ ਪਹੁੰਚਦੇ ਰਹੇ ਚਾਈਨਾ 'ਚ। ਔਰ ਉਹਨਾਂ ਸਰਹੱਦਾਂ ਦੀ ਗੱਲ ਵੀ ਕੀਤੀ ਹੈ ਕਿ ਜਿਹੜੇ ਸਰਹੱਦੀ ਮਾਮਲੇ ਆ, ਅਮਰੀਕਾ ਕਹਿ ਰਿਹਾ ਕਿ ਇੰਡੀਆ ਨਾਲ ਇਹ ਜਿਹੜਾ ਦੂਸਰਾ ਵਿਘਨ ਨਾ ਪਾਓ, ਤੁਸੀਂ ਤਰੀਕੇ ਨਾਲ, ਨਿਮਰਤਾ ਨਾਲ, ਪਿਆਰ ਨਾਲ ਇਹ ਨਜਿੱਠ ਲਓ ਤੇ ਲੋਕਾਂ ਨੂੰ ਨਾ ਮਰਾਓ। ਇਹ ਗੱਲ ਵਧੀਆ ਹੈਗੀ ਹੈ, ਇੰਡੀਆ ਦੇ ਭਾਰਤ ਦੇ ਪੱਖ ਵਿੱਚ ਜਾਂਦੀ ਗੱਲ। ਬਿਲਕੁਲ, ਕਿਉਂਕਿ ਭਾਰਤ ਦੇ ਪੱਖ ਵਿੱਚ ਇਸ ਕਰਕੇ ਵੀ ਜਾਂਦੀ ਹੈ ਕਿ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਰਹੀ ਹੈ ਨਾ, ਉਹ ਆਪਣੇ ਚਾਲੇ ਚੱਲਦਾ ਰਿਹਾ, ਜਿਵੇਂ ਮਸਤ ਹਾਥੀ ਚੱਲਦਾ। ਸਹੀ ਗੱਲ, ਬਿਲਕੁਲ। ਸਲੋ ਐਂਡ ਸਟੱਡੀ ਵਿਨਸ ਦੀ ਰੇਸ, ਉਹ ਵਾਲਾ ਹਿਸਾਬ ਰਿਹਾ। ਇਸ ਕਰਕੇ ਕੋਈ ਕਾਹਲੀ ਨਹੀਂ। ਹਮੇਸ਼ਾ ਹੀ ਭਾਰਤ ਦੀ ਵਿਦੇਸ਼ ਨੀਤੀ ਜਦੋਂ ਤੋਂ ਆਜ਼ਾਦ ਹੋਏ ਇਹੀ ਰਹੀ ਹੈ ਕਿ ਆਰਾਮ ਨਾਲ ਚੱਲੋ ਔਰ ਆਪਣਾ ਭਲਾ ਬੁਰਾ ਸੋਚ ਕੇ ਚੱਲੋ, ਤਾਂ ਕਿ ਸਾਹਮਣੇ ਵਾਲੇ ਨੂੰ ਵੀ ਫਾਇਦਾ ਹੋਵੇ, ਸਾਨੂੰ ਵੀ ਫਾਇਦਾ ਹੋਵੇ। ਹਮੇਸ਼ਾ ਵਿਨ ਸਿਚੁਏਸ਼ਨ ਰਹੇ। ਇਸ ਕਰਕੇ ਭਾਰਤ ਦੀ ਸਾਰੇ ਮੁਲਕਾਂ ਨਾਲ ਹੀ ਬਣਦੀ ਹੈ। ਆ ਹੁਣ ਜਿਹੜਾ ਥੋੜ੍ਹਾ ਬਹੁਤ ਇਹ ਸਾਰਾ ਚੱਲਦਾ ਪਿਆ ਮਾਹੌਲ ਕਿ ਘੱਟ ਗਿਣਤੀਆਂ ਦੀ ਗੱਲ ਹੁੰਦੀ ਹੈ, ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਉਸ ਕਰਕੇ ਕੁਝ ਇੱਕ ਦੇਸ਼ਾਂ ਦੇ ਅੰਦਰ ਇਹ ਵਿਚਾਰ ਆਏ ਨੇ ਕਿ ਭਾਰਤ ਵਰਗੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਵਿੱਚ, ਜਿੱਥੋਂ ਸ਼ਾਂਤੀ ਦਾ ਸੰਦੇਸ਼ ਪੂਰੀ ਦੁਨੀਆ ਨੂੰ ਮਿਲਦਾ ਹੈ, ਉੱਥੇ ਇਹ ਕਿੱਦਾਂ ਦਾ ਮਾਹੌਲ ਬਣਦਾ ਪਿਆ ਹੈ। ਮਨੀਪੁਰ ਦੀ ਘਟਨਾ ਨੂੰ ਲੈ ਕੇ ਤੇ ਹੁਣ ਖਾਸ ਤੌਰ 'ਤੇ ਅਸੀਂ ਦੇਖਦੇ ਹਾਂ ਪੂਰੇ ਵਰਲਡ ਮੀਡੀਆ ਦੇ ਵਿੱਚ ਚਰਚਾ ਛਿੜੀ ਹੋਈ ਹੈ। ਸੋ ਉਹ ਸਭ ਗੱਲਾਂ ਆਪਣੀ ਜਗ੍ਹਾ ਨੇ, ਨੀਤੀਆਂ ਆਪਣੀ ਜਗ੍ਹਾ ਨੇ ਜੀ। ਆਪਾਂ ਹੁਣ ਅੱਗੇ ਚੱਲਦੇ ਹਾਂ। ਸੋ ਮਨੀਪੁਰ ਦੇ ਨਾਲ ਜੁੜਿਆ ਆਪਾਂ ਅਗਲਾ ਮੁੱਦਾ ਲੈਂਦੇ ਹਾਂ ਕਿ ਜੋ ਨਵਾਂ ਧਿਰ ਬਣਿਆ ਵਿਰੋਧੀ ਧਿਰ ਇੰਡੀਆ, ਟੀਮ ਇੰਡੀਆ, ਜੋ ਐਨਡੀਏ ਨੂੰ ਚੁਣੌਤੀ ਦੇਣ ਵਾਸਤੇ ਸਾਰੇ ਵਿਰੋਧੀ ਧਿਰ ਇਕੱਠੇ ਹੋਏ ਨੇ, ਉਹ ਟੀਮ ਇੰਡੀਆ ਦੇ ਕੁਝ ਸਾਂਸਦ ਗਏ ਨੇ ਮਨੀਪੁਰ ਔਰ ਲੋਕਾਂ ਦੇ ਦੁੱਖੜੇ ਸੁਣੇ, ਲੋਕਾਂ ਨਾਲ ਮਿਲੇ ਨੇ। ਔਰ ਵਾਕਈ ਜਾਣਾ ਬਣਦਾ ਵੀ ਹੈ। ਰਾਹੁਲ ਗਾਂਧੀ ਤਾਂ ਪਹਿਲਾਂ ਵੀ ਜਾ ਕੇ ਆਏ ਨੇ ਤੇ ਇਹ ਸਾਰੇ ਸਾਂਸਦ ਉੱਥੇ ਗਏ ਨੇ। ਔਰ ਉਹਨਾਂ ਨਾਲ ਕੀ ਹੁੰਦਾ ਕਿ ਜੋ ਕੁਝ ਕਰਨਾ ਉਹ ਤਾਂ ਮਿਲ ਜੁਲ ਕੇ ਹੀ ਕਰਨਾ ਹੁੰਦਾ ਸਾਰਿਆਂ ਨੇ, ਪਰ ਇੱਕ ਤਰ੍ਹਾਂ ਨਾਲ ਹੌਸਲਾ ਬਣਦਾ ਹੈ ਲੋਕਾਂ ਦਾ ਕਿ ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ, ਜੋ ਸਾਂਸਦ ਨੇ, ਜੋ ਲੋਕ ਸਭਾ ਦੇ ਵਿੱਚ ਬਹਿੰਦੇ ਨੇ, ਉਹ ਸਾਡਾ ਦੁੱਖ ਸੁੱਖ ਪੁੱਛਣ ਸਾਡੇ ਨਾਲ ਖੜੇ ਹੋਏ ਨੇ ਔਰ ਸਾਡੇ ਕੋਲ ਮਿਲਣ ਵਾਸਤੇ ਆਏ ਨੇ। ਹਾਂ, ਰਾਜਨੀਤਿਕ ਤੌਰ 'ਤੇ ਬੜਾ ਵੱਡਾ ਇਨੀਸ਼ੀਏਟਿਵ ਆ, ਪਹਿਲ ਕਦਮੀ ਆ
ਕਿਉਂਕਿ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਬਹੁਤਾ ਉਹ ਵੇਸਲੀਆਂ ਹੋ ਜਾਂਦੀਆਂ, ਉਹ ਇਸ ਪਾਸੇ ਨਹੀਂ ਆਉਂਦੀਆਂ। ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੁੰਦਾ ਉਹਦੇ ਨਾਲ ਜਿਹੜਾ ਹਿੱਸਾ ਵਟਾਉਣ ਲਈ ਜਾਂ ਉਹਨਾਂ ਨੂੰ ਸਹਾਰਾ ਦੇਣ ਲਈ ਬਣਦਾ ਕੰਮ ਤਾਂ ਹੁੰਦਾ ਜਿਹੜੇ ਉੱਥੇ ਰਾਜ ਕਰ ਰਹੇ ਆ ਜਾਂ ਜਿਹੜੀ ਕੇਂਦਰ ਸਰਕਾਰ ਆ, ਜਿਹੜੀ ਰੂਲਿੰਗ ਪਾਰਟੀ ਆ। ਪਰ ਇਹਨਾਂ ਨੇ ਪਹਿਲ ਕੀਤੀ ਔਰ ਇਹਨਾਂ ਦੇ 21 ਸਾਂਸਦ ਉੱਥੇ ਪਹੁੰਚੇ ਟੀਮ ਬਣਾ ਕੇ, ਔਰ ਉਹਨਾਂ ਨੇ ਉਹਨਾਂ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਆ, ਚਾਹੇ ਉਹ ਕਿਸੇ ਫਿਰਕੇ ਦਾ ਵੀ ਹੋਵੇ, ਉਹ ਕੁੱਕੀ ਹੋਵੇ ਜਾਂ ਮਤੋਈ ਹੋਵੇ ਜਾਂ ਨਾਗੀ ਹੋਵੇ, ਜਿਹੜੇ ਵੀ ਲੋਕ ਨੇ ਉਹਨਾਂ ਨਾਲ ਉਹਨਾਂ ਨੇੜੇ ਹੋ ਕੇ ਗੱਲਬਾਤ ਕੀਤੀ ਆ। ਜਿਹੜੇ ਇਸ ਨੁਕਸਾਨ ਤੋਂ ਪੀੜਤ ਨੇ ਉਹਨਾਂ ਔਰਤਾਂ ਨੇ ਇਹਨਾਂ ਕੋ ਜਿਹੜੇ ਜਾ ਕੇ ਰੋਸ ਪ੍ਰਗਟਾਇਆ ਕਿ ਅਸੀਂ ਜਿਹੜੇ ਮਰ ਚੁੱਕੇ ਨੇ ਜਾਂ ਜਿਹੜੇ ਉੱਥੇ ਨੁਕਸਾਨ ਪਹੁੰਚਿਆ, ਜਿਨ੍ਹਾਂ ਨੂੰ ਸੱਟਾਂ ਲੱਗੀਆਂ, ਜਿਹੜੇ ਉੱਥੇ ਦਫਨਾਏ ਨੇ, ਉਹ ਬੈਠੇ, ਉਹਨਾਂ ਨੇ ਅਸੀਂ ਦਰਸ਼ਨ ਕਰਨੇ, ਉਹਨਾਂ ਨੂੰ ਮਿਲਣਾ, ਆਖਰੀ ਅੰਤਮ ਜਿਹੜਾ ਉਹਨਾਂ ਦਾ ਕਰਦੇ ਆ ਸੰਸਕਾਰ, ਉਹਦੇ ਲਈ ਉਹਨਾਂ ਨੇ ਨਾਲ ਲੈ ਕੇ ਗਏ ਆ। ਕੁਝ ਔਰਤਾਂ ਗਈਆਂ, ਉਹਨਾਂ ਨੂੰ ਮਿਲਾਇਆ, ਜਿਹਦੇ ਵਿੱਚ ਸੰਸਦ ਦੀਆਂ ਵੀ ਕੁਝ ਔਰਤਾਂ ਸੀਗੀਆਂ, ਉਹਨਾਂ ਨੂੰ ਬੜੇ ਪਿਆਰ ਨਾਲ ਉੱਥੇ ਲੈ ਕੇ ਗਏ ਆ। ਔਰ ਜਿੰਨੇ ਵੀ MP ਮੈਂਬਰ ਗਏ ਨੇ ਉਹਨਾਂ ਨੇ ਨੇੜੇ ਹੋ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਔਰ ਪਤਾ ਕੀਤਾ ਕਿ ਵਾਕਿਆ ਹੋਇਆ ਕੀ ਆ। ਉਹ ਜੜ ਤੱਕ ਗਏ ਆ, ਲੋਕਾਂ ਤੱਕ ਗੱਲ ਕੀਤੀ ਆ, ਜਿਹੜੀਆਂ ਉੱਥੋਂ ਦੀਆਂ ਪੰਚਾਇਤਾਂ ਨੇ, ਉਹਨਾਂ ਦੇ ਮੁਖੀਏ ਨੇ, ਉਹਨਾਂ ਨਾਲ ਗੱਲ ਕੀਤੀ ਆ। ਸਰਕਾਰੀ ਤੌਰ 'ਤੇ ਕਿਸੇ ਨੇ ਉਹਨਾਂ ਨਾਲ ਨਹੀਂ ਗੱਲ ਕੀਤੀ, ਉਹਨਾਂ ਮੈਨ ਟੂ ਮੈਨ ਗੱਲ ਕੀਤੀ ਹੈ ਕਿ ਕੀ ਕੁਛ ਹੈ, ਕਿਉਂਕਿ ਇਹ ਮਾਮਲਾ ਇੰਨਾ ਪੱਕ ਚੁੱਕਿਆ ਸੀ ਬਿਨਾਂ ਕਿਸੇ ਕਾਰਨ ਦੇ। ਔਰ ਇਹਦੇ 'ਤੇ ਕਿਸੇ ਸਰਕਾਰ ਨੇ ਜਾਂ ਉੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੇ ਕੋਈ ਵੀ ਐਕਸ਼ਨ ਜਾਂ ਕੋਈ ਉਹਦੇ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੀ ਘਰ ਨੂੰ ਉਹਨਾਂ ਨੇ ਸਾੜਿਆ, ਮੰਤਰੀ ਬਾਕੀਆਂ ਦੇ ਘਰਾਂ ਨੂੰ ਵੀ ਅੱਗ ਲਾ ਦਿੱਤੀ, ਇਸ ਕਰਕੇ ਕਿ ਰੋਸ ਦੇ ਵਜੋਂ। ਔਰ ਉਹਦੇ ਵਿੱਚ ਬਹੁਤ ਜਿਹੜੇ ਆਲੋਚਕ ਨੇ ਜਾਂ ਜਿਹੜੀਆਂ ਖੜਕੇ ਸਾਹਿਬ ਨੇ, ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਕਹਿਤਾ ਕਿ ਉੱਥੋਂ ਦੇ ਮੁੱਖ ਮੰਤਰੀ ਨੂੰ ਬਦਲ ਦੇਣਾ ਚਾਹੀਦਾ, ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ, ਕਿਉਂਕਿ ਉਹਦੇ ਹੱਥਾਂ ਵਿੱਚੋਂ ਤੀਰ ਨਿਕਲ ਗਿਆ, ਉਹਦੇ ਕੰਟਰੋਲ ਤੋਂ ਬਾਹਰ ਹੋ ਗਈ ਗੱਲ। ਔਰ ਦੂਜੀ ਗੱਲ ਇਹਨਾਂ ਨੇ ਜਿਹੜੀ ਹੁਣ ਗਈ ਆ ਸੰਸਦ ਕਮੇਟੀ ਪਾਰਟੀ ਗਈ ਆ, ਉਹਨਾਂ ਨੇ ਕਿਹਾ ਕਿ ਜਿਹੜੇ ਮਤੋਈ ਔਰ ਜਿਹੜੇ ਉੱਥੋਂ ਦੇ ਰਹਿਣ ਵਾਲੇ ਬਾਕੀ ਫਿਰਕੇ ਨੇ ਉਹਨਾਂ ਦੀ ਆਪਸੀ ਸ਼ਾਇਦ ਨਾ ਬਣੇ, ਕਿਉਂਕਿ ਅਜੇ ਵੀ ਉਹ ਉਹਨਾਂ 'ਚ ਦੂਰੀਆਂ ਬਣਾ ਕੇ ਬੈਠੇ ਆ। ਔਰ ਉਹਨਾਂ ਨੇ ਕਹਿਤਾ ਕਿ ਜੇ ਅਸੀਂ ਆਂਦੇ ਸਾਡਾ ਇਹ ਯਤਨ ਹੈ ਕਿ ਅਸੀਂ ਸਾਰੇ ਫਿਰਕਿਆਂ ਨੂੰ ਫਿਰ ਨੇੜੇ ਲਿਆਈਏ, ਫਿਰ ਮਿਲਾਈਏ। ਉਹਨਾਂ ਵਾਕਿਆ ਕੀਤਾ ਔਰ ਉਹਨਾਂ ਦੇ ਮੁਖੀਏ ਜਿਹੜੇ ਹੈਗੇ ਉਹਨਾਂ ਨੂੰ ਮਿਲਾ ਕੇ ਗੱਲਬਾਤ ਕੀਤੀ, ਉਹਨਾਂ ਨਾਲ ਮਿਲਾਪ ਕੀਤਾ, ਉਹਨਾਂ ਦੀਆਂ ਗੱਲਾਂ ਪੁੱਛੀਆਂ ਵੀ ਤੁਹਾਡੀ ਲੜਾਈ ਹੈ ਕਿਸ ਗੱਲ ਨੂੰ, ਤੁਸੀਂ ਨਾਗਰਿਕ ਜੇ ਇੰਡੀਆ ਦੇ, ਤੁਹਾਨੂੰ ਇਸ ਦੇਸ਼ ਦੇ ਵਾਸੀ ਜੇ, ਤੁਸੀਂ ਕਿਉਂ ਇੱਕ ਦੂਜੇ 'ਤੇ ਪੱਥਰ ਮਾਰਦੇ ਜੇ, ਕਿਉਂ ਇੱਕ ਦੂਜੇ ਦਾ ਪੱਥਰ ਨਾਲ ਸਿਰ ਪਾੜਦੇ ਜੇ। ਔਰ ਜਿਹੜੀ ਸੁਰੱਖਿਆ ਉੱਥੇ ਬਣੀ, ਸਾਡੇ ਬਲ ਨੇ ਸੁਰੱਖਿਆ ਬਲ, ਉਹਨਾਂ ਦੀ ਵੀ ਨਹੀਂ ਇਹਨਾਂ ਮੰਨੀ, ਜਾਂ ਤਾਂ ਉਹਨਾਂ ਬਹੁਤਾ ਉੱਥੇ ਜ਼ਿਆਦਾ ਸਖਤੀ ਨਹੀਂ ਵਰਤੀ ਜਾਂ ਹਥਿਆਰਾਂ ਨਾਲ ਉਹਨਾਂ ਨੂੰ ਡਰਾਇਆ ਨਹੀਂ ਗਾ, ਇਸ ਕਰਕੇ ਉਹ ਡਰੇ ਨਹੀਂ ਕਿਸੇ ਕੋ। ਉਹਨਾਂ ਨੇ ਆਪਣੀ ਉੱਥੇ ਗੱਲ ਪੂਰੀ ਮਤੋਈ ਔਰ ਜਿਹੜੇ ਉੱਥੋਂ ਦੇ ਕੁਕੀਜ਼ ਨੇ ਉਹਨਾਂ ਨੇ ਆਪਸੀ ਮਨਮਾਨੀ ਕੀਤੀ ਹੈ ਦੋਵਾਂ ਨੇ। ਔਰ ਜ਼ਮੀਨ ਦੀ ਲੜਾਈ ਰਹੀ, ਜਾਇਦਾਦ ਦੀ ਲੜਾਈ ਰਹੀ ਔਰ ਰਿਜ਼ਰਵੇਸ਼ਨ ਦੀ, ਤੁਸੀਂ ਇੱਕ ਦਿਨ ਗੱਲ ਕੀਤੀ, ਰਿਜ਼ਰਵੇਸ਼ਨ ਦੀ ਗੱਲ ਰਹੀ। ਉਹਨੂੰ ਅਜੇ ਤੱਕ ਉਹ ਗੱਲਾਂ ਡਿਮਾਂਡ ਹੈਗੀਆਂ, ਪਰ ਸਰਕਾਰ ਨੂੰ ਚਾਹੀਦਾ ਉਹਨੂੰ ਆਪਣੇ ਹੱਥਾਂ ਵਿੱਚ ਲਵੇ, ਉਹਦੇ ਨਾਲ ਗੱਲ ਕਰੇ। ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਕੋਈ ਇਸ ਤਰ੍ਹਾਂ ਦਾ ਸੰਦੇਸ਼ ਦੇਵੇ ਕਿ ਤੁਸੀਂ ਚੈਨ ਨਾਲ ਬਹਿ ਜਾਓ, ਲੜਾਈ ਨਾ ਕਰੋ, ਇੱਥੇ ਅੱਗਜਾਨੀ ਨਾ ਕਰੋ, ਇੱਕ ਦੂਜੇ ਨੂੰ ਨਾ ਮਾਰੋ, ਜਾਨਾਂ ਅੱਗੇ ਬਹੁਤ ਗਵਾਚ ਗਈਆਂ ਤੇ ਲੋਕ ਬੈਠ ਸਕਦੇ ਆ। ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਕੇ ਰਾਸ਼ਟਰਪਤੀ ਸਾਹਿਬ ਨੇ ਤੱਕ ਕੀਤਾ, ਸੰਦੇਸ਼ ਦਿੱਤਾ ਔਰ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਈ ਆ ਔਰ ਸਾਰੇ ਲੋਕ ਉੱਥੇ ਗਏ ਵੀ ਆ। ਪਰ ਮੇਰਾ ਖਿਆਲ ਹੈ ਕਿ ਇਸ ਗੱਲ ਨੂੰ ਜਿੰਨਾ ਵਧਾਉਣਗੇ, ਅੱਗ ਜਿੰਨੀ ਵੱਧਦੀ ਹੈ ਉਹਨਾਂ ਸਾੜੂ ਲੋਕਾਂ ਨੂੰ, ਔਰ ਉਸ ਅੱਗ ਨੂੰ ਤੇ ਪਾਣੀ ਪਾਉਣਾ ਚਾਹੀਦਾ, ਰੋਕਣਾ ਚਾਹੀਦਾ ਵਾ। ਜਿੱਥੇ ਧੂੰਆਂ ਰੋੜੀ ਹੋ ਰਹੀ ਆ ਉਹਨੂੰ ਕੰਟਰੋਲ ਕਰਨਾ ਚਾਹੀਦਾ। ਇਹ ਗੱਲ ਬਿਲਕੁਲ ਵਾਜਬ ਆ ਔਰ ਜੈਨੂਨ ਗੱਲ ਹੈ। ਲੋਕਾਂ ਨੂੰ ਬਚਾਉਣ ਲਈ ਸਰਕਾਰ ਨੂੰ ਆਪਣੇ ਪੂਰੇ ਯਤਨ ਉੱਤੇ ਕਰਨੇ ਚਾਹੀਦੇ। ਦੇਖੋ ਸਰਕਾਰ ਦੀ ਪੂਰੀ ਨਿੰਦਾ ਹੋ ਰਹੀ ਹੈ, ਭਰਪੂਰ ਨਿੰਦਾ ਹੋ ਰਹੀ ਹੈ, ਸਹੀ ਗੱਲ। ਔਰ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਬਹੁਤ ਕੁਝ ਲੋਕੀ ਉਮੀਦ ਰੱਖਦੇ ਨੇ, ਉਹਨਾਂ ਵੱਲੋਂ ਜੋ ਆਉਣਾ ਚਾਹੀਦਾ ਹੈ ਬਿਆਨ ਜਾਂ ਉਹਨਾਂ ਵੱਲੋਂ ਜੋ ਹੋਣੀ ਚਾਹੀਦੀ ਪ੍ਰਤੀਕਿਰਿਆ, ਉਹਨੂੰ ਲੈ ਕੇ ਵੀ ਨਿੰਦਾ ਹੋ ਰਹੀ ਹੈ ਕਿ ਉਹ ਉਸ ਲੈਵਲ ਤੇ ਨਹੀਂ ਆ ਰਹੀ ਜਿਸ ਲੈਵਲ ਤੇ ਲੋਕ ਉਮੀਦ ਕਰਦੇ। ਔਰ ਦੂਸਰਾ ਰਾਸ਼ਟਰਪਤੀ ਸਾਹਿਬਾ, ਉਹਨਾਂ ਵੱਲੋਂ ਵੀ ਕੋਈ ਬਿਆਨ ਹਜੇ ਤੱਕ ਜਾਂ ਕੋਈ ਇਦਾਂ ਦੀ ਗੱਲ ਨਹੀਂ ਆਈ। ਹਾਲਾਂਕਿ ਕਿਹਾ ਜਾਂਦਾ ਕਿ ਇਹ ਵੀ ਆਦੀਵਾਸੀ, ਬਿਲਕੁਲ ਸਹੀ ਗੱਲ, ਕਮਿਊਨਿਟੀ ਤੋਂ ਆਉਂਦੇ ਇਹੋ ਗੱਲ, ਇਹ ਟ੍ਰਾਈਬਲ ਵੂਮੈਨ ਹੈ, ਇਹਨਾਂ ਨੂੰ ਪਤਾ ਜੀ। ਔਰ ਉੱਥੇ ਵੀ ਆਦੀਵਾਸੀ ਕਮਿਊਨਿਟੀ ਦੇ ਨਾਲ ਹੀ ਲੈਂਗੁਏਜ ਵੀ ਜਾਣਦੇ ਉਹਨਾਂ ਦੀ ਹੋ ਰਹੀ ਹੈ, ਤਾਂ ਇਸ ਕਰਕੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਬਲਕਿ ਜੇ ਉੱਥੇ ਉਹਨਾਂ ਦੀ, ਅਸੀਂ ਆਪਣੇ ਤੌਰ ਤੇ ਕਹਿ ਰਹੇ ਹਾਂ, ਜੇ ਉੱਥੇ ਉਹਨਾਂ ਦੀ ਵਿਜ਼ਿਟ ਵੀ ਹੋ ਜਾਂਦੀ ਤਾਂ ਹੋਰ ਵੀ ਚੰਗਾ ਹੁੰਦਾ ਕਿ ਰਾਸ਼ਟਰਪਤੀ ਸਾਹਿਬਾ ਖੁਦ ਆਈਆਂ। ਸੋ ਬਿਲਕੁਲ ਸਹੀ ਗੱਲ, ਇਹ ਸਭ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਨੇ ਕਿਉਂਕਿ ਤੁਸੀਂ ਪਰਿਵਾਰ ਦੇ ਮੁਖੀ ਹੋ। ਰਾਸ਼ਟਰਪਤੀ ਪਰਿਵਾਰ ਦਾ ਮੁਖੀ ਹੈ ਜੋ ਭਾਰਤ ਦਾ ਪਰਿਵਾਰ ਹੈ, ਤੇ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਬਣਦੀ ਹੈ। ਉਹਨਾਂ ਦੀ ਜੇ ਵਿਜ਼ਿਟ ਹੋ ਜਾਂਦੀ ਤਾਂ ਬਹੁਤ ਹੀ ਵਧੀਆ ਰਹਿੰਦਾ। ਪ੍ਰਧਾਨ ਮੰਤਰੀ ਸਾਹਿਬ ਦੀ ਵਿਜ਼ਿਟ ਹੋ ਜਾਂਦੀ ਤਾਂ ਬਹੁਤ ਹੀ ਵਧੀਆ ਰਹਿੰਦਾ। ਅਸੀਂ ਕਈ ਚਿੰਤਕ ਖੰਨਾ ਜੀ ਕਹਿ ਰਹੇ ਆ ਕਿ ਇਹ ਨਾ ਘਰ ਫੂਕ ਤਮਾਸ਼ਾ ਵਾਲੀ ਗੱਲ ਹੈ। ਘਰ ਤੇ ਇਹਨਾਂ ਦਾ ਛੱਡ ਰਿਹਾ, ਤਮਾਸ਼ਾ ਜਿਹੜਾ ਹੈਗਾ ਲੋਕਾਂ ਲਈ ਹੈਗਾ।
ਔਰ ਇਹਦੇ ਵਿੱਚ ਪੂਰਾ ਵਿਸ਼ਵ ਜਿਹੜਾ ਹੈਗਾ ਇਸ ਟ੍ਰੈਜਡੀ ਤੋਂ ਬੜਾ ਪ੍ਰਭਾਵਿਤ ਹੋਇਆ ਔਰ ਇਸ ਜੋ ਇੰਪ੍ਰੈਸ਼ਨ ਜਾ ਰਿਹਾ ਇੰਡੀਆ ਦਾ ਉਹ ਵੀ ਮਾੜਾ ਜਾ ਰਿਹਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਮੁਰਮੂ ਜੀ ਆਪਣੇ ਰਾਸ਼ਟਰਪਤੀ ਨੇ ਮਾਨਯੋਗ, ਉਹਨਾਂ ਨੂੰ ਵੀ ਉੱਥੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਦੀ ਲੋਕਲ ਲੈਂਗੁਏਜ ਜਾਣਦੇ ਆ ਔਰ ਉਹਨਾਂ ਨੂੰ ਕਹਿ ਸਕਦੇ, ਇਹਨਾਂ ਨੂੰ ਪਤਾ ਕਿ ਕਿਸ ਹਵਾ ਤੱਕ ਜਾ ਸਕਦੇ ਆ ਅਤੇ ਇਹਨਾਂ ਨੂੰ ਕੰਟਰੋਲ ਕਰਨ ਲਈ ਕੀ ਕੁਝ ਕਹਿਣਾ ਬਣਦਾ। ਔਰ ਉਹਦੇ ਵਿੱਚ ਜਿਹੜੀ ਗੱਲ ਵੀ ਹੈਗੀ ਆ ਕਿ ਨਾ ਤਾਂ ਕੋਈ ਕਿਸੇ ਨੇ ਬਾਹਰਲੇ ਜਿਹੜੀ ਸੂਬਾ ਗੌਰਮੈਂਟ ਉਹਨੇ ਕੀਤੀ ਹੈ, ਨਾ ਕੇਂਦਰ ਨੇ ਕੋਈ ਬਹੁਤਾ ਯਤਨ ਕੀਤਾ। ਪਰ ਦੇਖੋ ਕ੍ਰੈਡਿਟ ਜਿਹੜਾ ਹੈਗਾ ਇਹ ਇੰਡੀਆ ਜਿਹੜੀ ਹੁਣ ਪਾਰਟੀ ਦਾ ਨਾਂ ਰੱਖਿਆ ਇਹ ਪਹੁੰਚ ਗਈ ਉੱਥੇ, ਯੂਨਾਈਟਡ ਜਿਹੜੀ ਗੱਠਜੋੜ ਆਏ ਲੋਕ ਉੱਥੇ ਪਹੁੰਚ ਗਏ ਔਰ ਇਹਨਾਂ ਨੇ ਉਹਨਾਂ ਨੂੰ ਆਪਣੇ ਗਲੇ ਨਾਲ ਲਾਇਆ, ਉਹਨਾਂ ਦੀਆਂ ਦੁੱਖ ਮੁਸੀਬਤਾਂ ਸੁਣੀਆਂ, ਸਮੱਸਿਆਵਾਂ ਸੁਣੀਆਂ। ਹੱਲ ਭਾਵੇਂ ਨਹੀਂ ਕਰਨਗੇ, ਹੱਲ ਨਹੀਂ ਕਰ ਸਕਦੇ, ਹੱਲ ਤਾਂ ਸਰਕਾਰ ਨਹੀਂ ਕਰਨਾ। ਵਿਰੋਧੀ ਪਾਰਟੀ ਕੋ ਪਾਵਰ ਨਹੀਂ ਗੀ, ਉਹ ਵਿਰੋਧੀ ਪਾਰਟੀ ਕੁਝ ਨਹੀਂ ਕਰ ਸਕਦੀ। ਜੇ ਹੱਲ ਕਰਨਾ ਜਾਂ ਉਹਨੂੰ ਨਜਿੱਠਣਾ ਵਾ, ਜੇ ਰਿਜ਼ਰਵੇਸ਼ਨ ਦੀ ਗੱਲ ਹੈ ਤਾਂ ਇਹ ਸਰਕਾਰ ਨੇ ਕਰਨਾ ਗਾ। ਜੇ ਟਰਾਈਬਲ ਸਾਰਿਆਂ ਨੂੰ ਰਿਜ਼ਰਵੇਸ਼ਨ ਹੈਗੀ ਆ, ਅਨੁਸੂਚਿਤ ਜਨਜਾਤੀਆਂ ਨੇ ਉਹਨਾਂ ਨੂੰ ਹੈਗਾ ਤਾਂ ਦੂਜੇ ਇਹਨਾਂ ਨੂੰ ਦੇ ਦੇਣ। ਉਹਨਾਂ ਕੋਲ ਵੀ ਉਹ ਲੈਂਡਲੈਸ ਜਿਹੜੇ ਲੋਕ ਹੈਗੇ ਉਹਨਾਂ ਨੂੰ ਜ਼ਮੀਨ ਦੇ ਦੇਣ। ਜੋ ਕੁਛ ਉਸ ਸੂਬੇ ਨਾਲ ਜੋ ਕੁਛ ਗੱਲਾਂ ਤਾਂ 3-4 ਹੀ ਹੈਗੀਆਂ। ਜਾਂ ਇਹਨਾਂ ਨੂੰ ਚਾਹੀਦਾ ਕਿ ਐਡਵਾਈਜ਼ਰੀ ਬੋਰਡ ਬਣਾ ਲੈਣ ਜਿਹਦੇ ਵਿੱਚ ਸਾਰੇ ਚਿੰਤਕ ਨੇ ਪੰਜਾਬ 'ਚੋਂ ਵੀ ਲੈ ਲੈਣ, ਸਾਰੇ ਸੂਬਿਆਂ 'ਚੋਂ ਇੱਕ ਲੈ ਕੇ ਬਣਾ ਲੈਣ। ਔਰ ਉਹਦੇ ਵਿੱਚ ਸਾਡੇ ਆਪਣੇ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਸਰਦਾਰਾ ਸਿੰਘ ਜੌਹਲ ਬੜੇ ਅੱਛੇ ਅਰਥ ਸ਼ਾਸਤਰੀ ਨੇ, ਇੰਟੈਲੀਜੈਂਟ ਨੇ ਔਰ ਉਹਨਾਂ ਦੀ ਸਲਾਹ ਜਿਹੜੀ ਹੈਗੀ ਆ ਡਾਕਟਰ ਮਨਮੋਹਨ ਸਿੰਘ ਵੀ ਲੈਂਦੇ ਰਹੇ। ਇਹਨੇ ਚਿੰਤਕ ਵਧੀਆ ਨੇ ਔਰ ਬਹੁਤ ਵਧੀਆ ਸੋਲੂਸ਼ਨ ਦੇ ਸਕਦੇ, ਬਹੁਤ ਵਧੀਆ ਹੱਲ ਦੇ ਸਕਦੇ। ਇੱਦਾਂ ਦੇ ਚਿੰਤਕ ਇਕੱਠੇ ਕਰ ਲੈਣੇ ਚਾਹੀਦੇ ਆ। ਇਹ ਸਾਡੇ ਵੱਲੋਂ ਸੁਝਾਅ ਹੀ ਹੈ, ਸਾਡੇ ਚੈਨਲ ਵੱਲੋਂ। ਪਰ ਇਸ ਵੇਲੇ ਜੋ ਟ੍ਰੈਜਡੀ ਵਾਪਰੀ ਹੈ ਉਹ ਬਾਹਰਲੇ ਦੂਜੇ ਸੂਬਿਆਂ 'ਚ ਨਾ ਵਾਪਰ ਜੇ। ਕਿਤੇ ਪੱਛਮੀ ਬੰਗਾਲ ਵਿੱਚ ਥੋੜ੍ਹਾ ਬਹੁਤ ਹਿਲਜੁਲ ਹੋਈ ਸੀ ਪਰ ਕੰਟਰੋਲ ਹੋ ਗਈ। ਔਰ ਇਹ ਕਿਹਾ ਜਾਂਦਾ ਕਿ ਜਿਹੜੀ ਇਹ ਨੀਤੀਆਂ ਚੱਲਦੀਆਂ ਪਈਆਂ ਨੇ, ਜਿਹੜੀ ਇਹ ਜ਼ਹਿਰ ਨਫ਼ਰਤ ਭਰੀ ਜਾ ਰਹੀ ਹੈ ਦੇਸ਼ ਵਾਸੀਆਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ, ਜਾਤੀ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ, ਇਹ ਉਸ ਜ਼ਹਿਰ ਦਾ, ਉਸ ਨਫ਼ਰਤ ਦਾ ਜੋ ਪੰਪ ਕੀਤੀ ਜਾ ਰਹੀ ਹੈ ਉਹਦਾ ਨਤੀਜਾ ਹੈ। ਜੀ ਜੀ ਬਿਲਕੁਲ। ਰਿਜ਼ਰਵੇਸ਼ਨ ਤੋਂ ਸ਼ੁਰੂ ਹੋਇਆ, ਕਿੱਥੇ ਤੱਕ ਪਹੁੰਚ ਗਿਆ ਔਰ ਔਰਤਾਂ ਦੀ ਬੇਇੱਜ਼ਤੀ ਤੱਕ ਪਹੁੰਚ ਗਈ। ਇਹ ਤਾਂ ਬਹੁਤ ਵੱਡਾ ਘਿਨਾਉਣਾ ਤੇ ਨਾ ਬਰਦਾਸ਼ਤ ਕਰਨ ਵਾਲਾ ਜਿਹੜੀ ਇਹ ਐਕਸ਼ਨ ਸੀਗਾ ਜੋ ਕੀਤਾ ਉਹਨਾਂ ਨੇ ਔਰ ਇਹਨੂੰ ਕਿਸੇ ਨੇ ਸਹਾਰਿਆ ਨਹੀਂ। ਲੋਕ ਇਹਦੇ ਨਾਲ ਬਿਲਕੁਲ ਜਿਹੜੇ ਆ ਨਾ ਮੁਰਝਾ ਗਏ ਨੇ ਔਰ ਉਹਨਾਂ ਦੀ ਸੋਚ ਜਿਹੜੀ ਹੈ ਸੁੰਗੜ ਗਈ ਹੈ ਕਿ ਇਹ ਗੱਲ ਜਿਹੜੀ ਹੋ ਗਈ ਹੈ ਇੱਦਾਂ ਦੀ ਆਜ਼ਾਦ ਭਾਰਤ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀ। ਔਰ ਜਿਸ ਤਰ੍ਹਾਂ ਵੀਡੀਓਜ਼ ਦੇ ਵਿੱਚ ਦੱਸਿਆ ਜਾਂਦਾ, ਹਾਲਾਂਕਿ ਵੀਡੀਓਜ਼ ਬਲਰ ਕਰਕੇ ਪਾਈਆਂ ਗਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਪਰ ਡਿਸਕਸ਼ਨ ਜੋ ਹੋ ਰਹੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਰਿਪੋਰਟਸ ਜੋ ਮਿਲ ਰਹੀਆਂ ਨੇ, ਉਹਨਾਂ 'ਚ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ, ਉਹਨਾਂ ਨੂੰ ਲੜਕੀਆਂ ਨੂੰ, ਉਹਨਾਂ ਔਰਤਾਂ ਨੂੰ ਬਿਨਾਂ ਕੱਪੜਿਆਂ ਤੋਂ ਘੁਮਾਇਆ, ਨਾ ਸਿਰਫ ਬਿਨਾਂ ਕੱਪੜਿਆਂ ਤੋਂ ਉਹਨਾਂ ਨੂੰ ਘੁਮਾਇਆ, ਉਹਨਾਂ ਦੀ ਬੇਇੱਜ਼ਤੀ ਕੀਤੀ, ਬਲਕਿ ਉਹਨਾਂ ਦੇ ਸਰੀਰ ਦੇ ਨਾਲ ਬਦਤਮੀਜ਼ੀ ਵੀ ਕੀਤੀ। ਇਹ ਵੀ ਡਿਸਕਸ਼ਨਸ ਦੇ ਵਿੱਚ ਗੱਲਾਂ ਆ ਰਹੀਆਂ ਨੇ। ਸੋ ਇਹ ਬਹੁਤ ਹੀ ਮਾੜੀ ਗੱਲ ਹੈ। ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਅਗਲੀ ਗੱਲ ਇਹ ਹੈ ਕਿ ਮੋਦੀ ਸਾਹਿਬ ਕਹਿੰਦੇ ਨੇ ਕਿ ਨਵੀਂ ਸਿੱਖਿਆ ਨੀਤੀ ਹਰ ਭਾਸ਼ਾ ਨੂੰ ਸਨਮਾਨ ਦੇਵੇਗੀ। ਉਹਨੇ ਕਿਹੜਾ ਸਨਮਾਨ ਦੇਣਾ ਹਰ ਭਾਸ਼ਾ ਨੂੰ, ਇਹ ਭਾਸ਼ਾ ਦੇ ਸਿਲੇਬਸ 'ਚ ਕੀ ਹੋਣਾ ਹੈ? ਕਿਉਂਕਿ ਜੋ ਨੀਤੀ ਘਾੜੇ ਨੇ ਉਹ ਇਹ ਵੀ ਗੱਲ ਕਰਦੇ ਨੇ ਕਿ ਜੋ ਇਹ ਨੀਤੀਆਂ ਬਣਦੀਆਂ ਪਈਆਂ ਨੇ ਸਿੱਖਿਆ ਦੀਆਂ, ਸਾਡੇ ਸਿਲੇਬਸ ਨੂੰ ਜਿੱਦਾਂ ਚੇਂਜ ਕੀਤਾ ਜਾ ਰਿਹਾ ਹੈ ਔਰ ਸ਼ਹਿਰਾਂ ਦੇ ਨਾਵਾਂ ਨੂੰ ਜਿੱਦਾਂ ਚੇਂਜ ਕੀਤਾ ਜਾ ਰਿਹਾ ਹੈ, ਉਹਨਾਂ ਲੋਕਾਂ ਦੇ ਨਾਵਾਂ ਦੇ ਉੱਤੇ ਰੱਖਿਆ ਜਾ ਰਿਹਾ ਜਿਨ੍ਹਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ। ਔਰ ਸਿੱਖਿਆ ਨੀਤੀ ਦੇ ਵਿੱਚ ਵੀ ਉਹਨਾਂ ਲੋਕਾਂ ਨੂੰ ਸਿਲੇਬਸ ਦੇ ਵਿੱਚ ਲਿਆਂਦਾ ਜਾ ਰਿਹਾ ਜਿਨ੍ਹਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ। ਇਹ ਕਹਿੰਦੇ ਨੇ ਜੋ ਐਜੂਕੇਸ਼ਨ ਦੇ ਮਾਹਿਰ ਨੇ ਕਿ ਇਹ ਨੀਤੀ ਜੋ ਬਦਲਾਅ ਆ ਰਿਹਾ ਹੈ, ਇਹ ਬਦਲਾਅ ਸਾਨੂੰ ਕਿਸ ਪਾਸੇ ਲੈ ਕੇ ਜਾਏਗਾ, ਇਸ ਦੀ ਵੀ ਕਈ ਥਾਂ ਦੇ ਉੱਤੇ ਨਿੰਦਾ ਹੋ ਰਹੀ ਹੈ। ਔਰ ਜਿਹੜੇ ਨੀਤੀ ਘਾੜੇ ਨੇ ਪੁਰਾਤਨ ਔਰ ਜਿਹੜੇ ਐਕਸਪਰਟਸ ਨੇ ਐਜੂਕੇਸ਼ਨ ਦੇ, ਉਹ ਵੀ ਨਿੰਦਾ ਕਰਦੇ ਪਏ ਨੇ ਕਿ ਜਾ ਕਿੱਧਰ ਨੂੰ ਰਹੀ ਹੈ ਸਾਡੀ ਸਿੱਖਿਆ ਨੀਤੀ। ਸਿੱਖਿਆ ਨੀਤੀ ਬੜੀ ਪੁਰਾਣੀ ਇੰਡੀਆ ਦੀ ਰਹੀ ਹੈ, ਜਿਹਨੂੰ ਸਿਲੇਬਸ ਕਹਿੰਦੇ, ਉਹਦੇ 'ਚ ਪਾਠਕ੍ਰਮ ਆ, ਉਹਦੇ ਵਿੱਚ ਬੜੀਆਂ ਤਬਦੀਲੀਆਂ ਹੋਈਆਂ 1947 ਤੋਂ ਲੈ ਕੇ ਹੁਣ ਤੱਕ। ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨ ਜਿਹੜੇ ਸੀਗੇ ਉਸ ਟਾਈਮ ਦੀਆਂ, ਔਰ ਉਹਨਾਂ ਨੇ ਕਠਾਰੀ ਕਮਿਸ਼ਨ ਇੱਕ ਸੀਗਾ ਉਹਨੂੰ ਬਿਠਾਇਆ ਸੀਗਾ ਉਹਦੇ ਵਿੱਚ ਸੋਧ ਕਰਨ ਲਈ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਸਿਲੇਬਸ ਹੈ ਜੋ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਸੀਗਾ ਉਹਨੂੰ ਥੋੜ੍ਹਾ ਜਿਹਾ ਚੇਂਜ ਕਰਕੇ ਭਾਰਤ ਦੇ ਕਲਚਰ ਨਾਲ ਜੋੜ ਕੇ ਪੰਜਾਬ ਦੀ ਧਰਤੀ ਨੂੰ, ਜਿਹੜੀ ਜ਼ਮੀਨ ਹੈਗੀ ਆ ਉਹਦੇ ਨਾਲ, ਉਸ ਏਰੀਏ ਨੂੰ ਬਿਲੋਂਗ ਕਰਦੇ ਨੇ ਬੱਚੇ, ਉਸ ਤਰ੍ਹਾਂ ਦਾ ਸਿਲੇਬਸ ਤਿਆਰ ਕੀਤਾ ਜਾਵੇ। ਔਰ ਬੜਾ ਕੁਝ ਹੋਇਆ, ਉਹ 'ਚ ਬੜੀਆਂ ਤਬਦੀਲੀਆਂ ਆਈਆਂ। ਪਰ ਹੁਣ ਦੀ ਮੌਜੂਦਾ ਸਰਕਾਰ ਨੇ ਵੀ ਨੀਤੀ ਅਖਤਿਆਰ ਕਰਨ ਲਈ ਐਲਾਨ ਕਰ ਦਿੱਤਾ ਔਰ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਸੀਗਾ ਕਿ ਇਹਦੇ ਵਿੱਚ ਜਿਹੜੀ ਤਰਜੀਹ ਅਸੀਂ ਦੇਵਾਂਗੇ ਸਿਲੇਬਸ ਦੇ ਵਿੱਚ ਉਹ ਲੈਂਗੁਏਜ ਨੂੰ ਦੇਵਾਂਗੇ। ਉਹ ਜਿਹੜੀ ਭਾਸ਼ਾ ਹੈਗੀ ਆ ਉਹ ਉੱਥੋਂ ਦੀ ਖੇਤਰੀ ਭਾਸ਼ਾ ਹੋਏਗੀ, ਲੋਕਲ ਲੈਂਗੁਏਜ ਹੋਊਗੀ। ਅੰਗਰੇਜ਼ੀ ਜਿਹੜੀ ਆ ਉਹਨਾਂ 'ਤੇ ਬਾਕਾਇਦਾ ਔਰ ਜ਼ਰੂਰਤ ਤੋਂ ਵਧੇਰੇ ਨਹੀਂ ਥੋਪੀ ਜਾਊਗੀ। ਔਰ ਉਹਨਾਂ ਨੇ ਕਿਹਾ ਹਿੰਦੀ ਤਾਂ ਸਾਡੀ ਆਪਣੀ ਭਾਸ਼ਾ ਹੈਗੀ ਆ, ਹਿੰਦੁਸਤਾਨ ਦੀ ਭਾਸ਼ਾ ਹੈਗੀ ਆ,
ਔਰ ਉਹਨਾਂ ਨੇ ਕਿਹਾ ਕਿ ਕੁਝ ਏਰੀਆ ਜਿਹੜੇ ਮੁਸਲਿਮ ਏਰੀਆ ਉੱਥੇ ਜਿਹੜਾ ਉਰਦੂ ਵੀ ਪੜ੍ਹਾਇਆ ਜਾਊਗਾ, ਫਾਰਸੀ ਅਰਬੀ ਵੀ ਪੜ੍ਹਾਈ ਜਾਊਗੀ। ਔਰ ਅੱਛੀ ਗੱਲ ਇਹਨਾਂ ਨੇ ਕਹੀ ਆ। ਮੁਸਲਿਮ ਯੂਨੀਵਰਸਿਟੀ ਜਿਹੜੀਆਂ ਹੈਗੀਆਂ ਨੇ ਅਲੀਗੜ੍ਹ, ਉਹਦੇ 'ਤੇ ਵੀ ਉਹਨਾਂ ਨੇ ਕਿਹਾ ਕਿ ਸਿਲੇਬਸ ਜਿਹੜਾ ਹੈਗਾ ਉਸੇ ਤਰ੍ਹਾਂ ਦਾ ਰਹੂਗਾ, ਬਾਕਾਇਦਾ ਤੌਰ 'ਤੇ ਜਿਹੜਾ ਸਾਡੇ ਕਲਚਰ ਨਾਲ, ਇਤਿਹਾਸ ਨਾਲ ਜੁੜਿਆ ਹੋਊਗਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਸਿਲੇਬਸ ਬਦਲਦਾ ਉਹਦੇ ਵਿੱਚ ਬਹੁਤ ਕੁਝ ਅਨਨੈਸੈਸਰੀ ਚੀਜ਼ਾਂ ਵਾੜ ਦਿੱਤੀਆਂ ਜਾਂਦੀਆਂ, ਜਿਹਦੇ ਵਿੱਚ ਉਹਨਾਂ ਨੇ ਬਹੁਤ ਚੇਂਜ ਕਰਕੇ ਜਿਹੜੀਆਂ ਰਿਲੇਟਡ ਨੇ, ਜਿਹੜੀਆਂ ਸੰਬੰਧਿਤ ਨੇ ਉਹ ਨਹੀਂ ਕੀਤੀਆਂ, ਉਹ ਜਿਹੜੀਆਂ ਕੋਰਲੇਟ ਨਹੀਂ ਕਰਦੀਆਂ ਉਹ ਵੀ ਵਿੱਚ ਵਾੜ ਦਿੱਤੀਆਂ, ਔਰ ਜੋ ਚਾਹੀਦੀਆਂ ਉਹ ਕੱਢ ਦਿੱਤੀਆਂ, ਉਹ ਡਿਲੀਟ ਕਰ ਦਿੱਤੀਆਂ ਗਈਆਂ। ਇਹਦੇ 'ਤੇ ਜਿਹੜੇ ਆਲੋਚਕ ਨੇ, ਜਿਹੜੇ ਚਿੰਤਕ ਨੇ, ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਾਨੂੰ ਚਿੰਤਾ ਇਸ ਗੱਲ ਦੀ ਹੈਗੀ ਆ ਕਿ ਬੱਚੇ ਕੀ ਪੜ੍ਹਨਗੇ। ਉਹਦੇ ਵਿੱਚੋਂ ਕਈ ਸਿਲੇਬਸ, ਕਈ ਪਾਰਟ, ਕਈ ਅਧਿਆਏ, ਕਈ ਲੈਸਨ ਕੱਢ ਦਿੱਤੇ ਗਏ, ਔਰ ਉਸ ਕਰਕੇ ਜਿਹੜੀ ਇੱਕ ਟੀਚਿੰਗ ਆਫ ਮੈਥਡ ਹੁੰਦਾ ਉਹਨੂੰ ਵੀ ਬਦਲਿਆ ਇਹਨਾਂ ਨੇ, ਕਿਉਂਕਿ ਇਸ ਵੇਲੇ ਵਿਜ਼ੂਅਲਾਈਜ਼ ਦਾ ਏਰੀਆ ਹੈਗਾ, ਔਰ ਇਹਦੇ ਵਿੱਚ ਜਿਹੜੀ ਲੈਬੋਰਟਰੀ ਦਾ ਏਰੀਆ ਬਣ ਗਿਆ, ਮਾਡਰਨ ਯੁੱਗ ਆ ਗਿਆ, ਕੰਪਿਊਟਰ ਦਾ ਯੁੱਗ ਆ ਗਿਆ। ਇਹਨਾਂ ਨੇ ਕਹਿ ਕਿ ਜਿਹੜੀ ਦਿਮਾਗ 'ਤੇ ਰਜਿਸਟਰਡ ਕਰਦੀ ਹੈ ਚੀਜ਼ ਉਹ ਵਿਜ਼ੂਅਲ ਨਾਲ ਕਰਦੀ ਹੈਗੀ ਆ, ਨਾ ਕਿ ਬੋਲਣ ਨਾਲ। ਬੋਲਣ ਨੂੰ ਅਸੀਂ ਮੌਖਿਕ ਕਹਿੰਦੇ ਹਾਂ, ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਜ਼ੂਅਲ ਨਾਲ ਜ਼ਿਆਦਾ ਸਮਝਾਉਣਾ ਚਾਹੀਦਾ। ਜਿਹੜੇ ਚਿੰਤਕ ਨੇ ਉਹਨਾਂ ਨੇ ਕਿਹਾ, ਔਰ ਪ੍ਰਧਾਨ ਮੰਤਰੀ ਨੇ ਜਿਹੜੇ ਵਿਦਿਆ ਮੰਤਰੀ ਉਹਨਾਂ ਨੂੰ ਵੀ ਤਾਕੀਦ ਕੀਤੀ ਹੈ ਕਿ ਤੁਸੀਂ ਇਸ ਪਾਸੇ ਜ਼ਰੂਰ ਲੱਗੋ, ਜਿਹਦੇ ਵਿੱਚ ਵੀ ਬੱਚੇ ਵੀਡੀਓ ਨਾਲ ਜ਼ਿਆਦਾ ਵੇਖਣਗੇ। ਜਿਹੜੇ ਕਲਾਸ ਟੀਚਰ ਪੜ੍ਹਾਉਂਦੇ ਆ ਉਹ ਵੀ ਇੱਕ ਵੀਡੀਓ ਨਾਲ ਸਮਝਾਉਣਗੇ। ਕੰਪਿਊਟਰ ਉੱਥੇ ਹੈਗੇ ਆ, ਲੈਬੋਰਟਰੀ ਉੱਥੇ ਹੈਗੀ ਆ ਬਾਕਾਇਦਾ ਤੌਰ 'ਤੇ, ਕਿਉਂਕਿ ਬੜਾ ਕੁਝ ਬਦਲ ਗਿਆ। ਔਰ ਅੱਗੇ ਮੋਬਾਈਲ ਨਾਲ ਵੀ ਆਉਂਦੇ ਰਹੇ ਲੈਸਨ, ਜਦੋਂ ਕਰੋਨਾ ਦਾ ਆਇਆ ਸੀਗਾ ਲਹਿਰ, ਆਨਲਾਈਨ ਸੀਗੇ, ਪਰ ਉਦੋਂ ਕਈ ਬੱਚਿਆਂ ਕੋਲ ਮੋਬਾਈਲ ਹੀ ਹੈ ਨਹੀਂ। ਦੇਖੋ ਇਸ ਕਰਕੇ ਉਹ ਦੂਰ ਰਹੇ ਇਸ ਪੜ੍ਹਾਈ। ਜੀ ਬਿਲਕੁਲ ਸਹੀ ਗੱਲ ਹੈ। ਔਰ ਗੱਲ ਇਹ ਹੈ ਕਿ ਜਿਹੜੀ ਸਾਡੀ ਵਿਜ਼ੂਅਲ ਮੈਮਰੀ ਹੁੰਦੀ ਹੈ ਨਾ, ਫੋਟੋਗ੍ਰਾਫਿਕ ਮੈਮਰੀ ਹੁੰਦੀ ਹੈ, ਉਹ ਜ਼ਿਆਦਾ ਸਟਰੋਂਗ ਹੁੰਦੀ ਹੈ। ਕਈ ਵਾਰ ਸਾਨੂੰ ਦ੍ਰਿਸ਼ ਯਾਦ ਰਹਿੰਦੇ ਨੇ, ਗੱਲਾਂ ਯਾਦ ਨਹੀਂ ਰਹਿੰਦੀਆਂ। ਇਮੈਜੀਨੇਟਿਵ ਹੁੰਦੀ ਹੈ ਨਾ, ਇਮੈਜੀਨੇਸ਼ਨ ਨਾਲ ਚੱਲਦੀ ਹੈ। ਜੇ ਤੁਸੀਂ 25-30 ਹਜ਼ਾਰ ਸਾਲ ਪੁਰਾਣੀਆਂ ਗੁਫਾਵਾਂ ਦੇਖੋ, ਜਿੱਥੇ ਕਈ ਚਿੱਤਰ ਮਿਲਦੇ ਨੇ ਬਣੇ ਹੋਏ, ਜੋ ਉਸ ਵਕਤ ਆਦੀ ਮਨੁੱਖ ਨੇ ਬਣਾਏ ਸੀ। ਸਹੀ ਗੱਲ। ਉਹ ਚਿੱਤਰਾਂ ਰਾਹੀਂ ਗੱਲਬਾਤ ਕਰਦਾ ਸੀ, ਔਰ ਕਹਿੰਦੇ ਨੇ ਕਿ ਇਹ ਚਿੱਤਰਾਂ ਤੋਂ ਹੀ ਸ਼ਬਦਾਂ ਦਾ ਜਨਮ ਹੋਇਆ। ਜਿਉਂ-ਜਿਉਂ ਉਹਦੀਆਂ ਭਾਵਨਾਵਾਂ ਵਿਕਸਿਤ ਹੋਈਆਂ, ਤਿਉਂ-ਤਿਉਂ ਇਹਨਾਂ ਚਿੱਤਰਾਂ ਤੋਂ ਹੀ ਉਹ ਸ਼ਬਦਾਂ ਦਾ ਵਿਕਾਸ ਹੋਇਆ ਹੈ, ਸ਼ਬਦਾਂ ਦਾ ਜਨਮ ਹੋਇਆ ਹੈ, ਔਰ ਅਸੀਂ ਬੋਲੀ ਵੱਲ ਤੁਰੇ ਹਾਂ, ਪਰ ਜਨਮ ਹੋਇਆ ਹੈ ਵਿਜ਼ੂਅਲ ਤੋਂ। ਵੈਸੇ ਇਹ 'ਚ ਐਡ ਇੱਕ ਹੋਰ ਕਰ ਸਕਦੇ ਆਪਾਂ ਗੱਲ, ਅਜੰਤਾ ਅਲੋਰਾ ਦੀਆਂ ਜਿਹੜੀਆਂ ਗੁਫਾਵਾਂ, ਉਹ ਜਦੋਂ ਜੀ ਖੁਦਾਈ ਹੋਈ ਆ, ਜਿਹੜਾ ਆਰਕੀਓਲੋਜੀਕਲ ਡਿਪਾਰਟਮੈਂਟ ਉਹਨਾਂ ਨੇ ਖੁਦਾਈ ਕੀਤੀ ਆ, ਜਿਸ ਤਰ੍ਹਾਂ ਤੁਸੀਂ ਕਿਹਾ ਉੱਥੇ ਚਿੱਤਰ ਹੀ ਬਣੇ ਆ। ਲੈਂਗੁਏਜ ਡਿਵੈਲਪ ਨਹੀਂ ਸੀ ਹੋਈ, ਕਮਿਊਨੀਕੇਟ ਕਰਨ ਲਈ, ਸਮਝਾਉਣ ਲਈ ਚਿੱਤਰ ਹੀ ਹੁੰਦੇ ਸੀਗੇ। ਉਹ ਫੋਟੋ ਬਣਾਉਂਦੇ ਸੀਗੇ, ਉਹਦੇ ਨਾਲ ਦੂਜੇ ਨੂੰ ਸਮਝਾਉਂਦੇ ਸੀ। ਫਿਰ ਹੌਲੀ ਹੌਲੀ ਭਾਸ਼ਾ ਆਈ, ਆਪਰਪੰਚ ਭਾਸ਼ਾ ਆਈ, ਉਦੋਂ ਬਾਅਦ ਲੰਡੇ ਆਏ, ਉਹਦੇ ਨਾਲ ਕੋਈ ਮਾਤਰ ਨਹੀਂ ਸੀ, ਕੋਈ ਲੱਗ ਨਹੀਂ ਸੀ, ਕੋਈ ਔਂਕੜ ਦਾ ਲੈਂਕੜ ਨਹੀਂ ਸੀ ਹੁੰਦਾ, ਉਹ ਆਈ। ਫਿਰ ਉਹਦੇ ਬਾਅਦ ਹੌਲੀ ਹੌਲੀ ਡਿਵੈਲਪ ਹੋ ਕੇ ਭਾਸ਼ਾ ਬਣ ਗਈ, ਔਰ ਅੰਗਰੇਜ਼ੀ ਜਿਹੜੀ ਹੈਗੀ ਹੈ ਪੂਰੇ ਵਰਲਡ ਦੇ ਵਿੱਚ ਹੀ ਛਾ ਗਈ। ਔਰ ਇਹਦੇ ਵਿੱਚ 26 ਅੱਖਰੇ ਦੇ ਹੈਗੇ 26, ਔਰ ਪੰਜਾਬੀ ਦੇ 35 ਹੈ ਨਾ। ਇਹਦੇ ਵਿੱਚ ਇਹ ਗੁਰੂ ਸਾਹਿਬਾਨ, ਗੁਰੂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤੀ ਆ। ਗੁਰਮੁਖੀ ਲਿਪੀ ਸੀ ਇਹਦੀ, ਸ਼ਾਹਮੁਖੀ ਪਾਕਿਸਤਾਨ ਦੀ ਸੀ ਲਿਪੀਆਂ ਨਾਲ ਹੋਈ, ਔਰ ਦੇਵਨਾਗਰੀ ਹਿੰਦੀ ਸੀ ਲਿਪੀਆਂ ਨੇ। ਔਰ ਦੇਖ ਲਓ ਕਿਤੋਂ ਦੇ ਕਿੱਥੇ ਪਹੁੰਚ ਗਈ ਆ, ਪਰ ਫਿਰ ਵੀ ਅੰਗਰੇਜ਼ੀ ਹਾਵੀ ਰਹੀ ਆ। ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇਹਦੇ 'ਤੇ ਟੋਟਕਾ ਚਾੜਿਆ। ਉਹਨਾਂ ਕਿਹਾ ਕਿ ਅੰਗਰੇਜ਼ੀ ਤੋਂ ਦੂਰ ਰੱਖਣਾ, ਕਿਉਂਕਿ ਇਹਨਾਂ ਨੂੰ ਉਹ ਵੀ ਅੰਗਰੇਜ਼ੀ 'ਤੇ ਬਹੁਤੇ ਮਾਹਰ ਨਹੀਂ ਗਏ, ਉਹ ਵੀ ਇੱਥੋਂ ਤੱਕ ਨਹੀਂ ਹੈਗੀ ਕਿ ਅੰਗਰੇਜ਼ੀ ਜ਼ਿਆਦਾ ਪੜ੍ਹੇ ਹੋਣ। ਹਿੰਦੀ 'ਤੇ ਉਹਨਾਂ ਦੀ ਬਹੁਤ ਮਾਸਟਰੀ ਆ, ਦੂਸਰੀਆਂ ਲੈਂਗੁਏਜ 'ਤੇ ਉਹਨਾਂ ਦੀ ਮਾਸਟਰੀ ਹੈਗੀ, ਔਰ ਬਹੁਤ ਵੱਡੇ ਬੁਲਾਰੇ, ਬਹੁਤ ਵੱਡੇ ਵਧੀਆ ਓਰੇਟਰ ਨੇ। ਪਰ ਅੱਛੀ ਗੱਲ ਉਹਨਾਂ ਨੇ ਕਹੀ ਹੈ ਕਿ ਅੰਗਰੇਜ਼ੀ ਤੋਂ ਥੋੜ੍ਹਾ ਜਿਹਾ ਦੂਰ ਰਹੋ। ਐਕਚੁਅਲੀ ਅੰਗਰੇਜ਼ੀ ਤਾਂ ਕਮਿਊਨੀਕੇਸ਼ਨ ਦੀ ਭਾਸ਼ਾ ਬਣ ਗਈ, ਕਿਉਂਕਿ ਅੰਗਰੇਜ਼ਾਂ ਦਾ ਰਾਜ ਬਹੁਤ ਸਾਰੇ ਏਰੀਏ 'ਤੇ ਸੀਗਾ, ਔਰ ਉਸੇ ਕਾਰਨ ਅੰਗਰੇਜ਼ੀ ਕਮਿਊਨੀਕੇਸ਼ਨ ਦੀ ਭਾਸ਼ਾ ਬਣੀ ਹੈ। ਔਰ ਤੁਸੀਂ ਦੇਖੋ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਹੈ, ਉੱਥੇ ਹੀ ਅੰਗਰੇਜ਼ੀ ਹੈ। ਔਰ ਬਾਕੀ ਰਿਹਾ ਜਾਪਾਨ ਹੈ, ਚੀਨ ਹੈ, ਫਰਾਂਸ ਹੈ, ਇਟਲੀ ਹੈ, ਅਨੇਕਾਂ ਦੇਸ਼ ਨੇ ਜਿਹੜੇ ਆਪਣੀ ਭਾਸ਼ਾ ਦੇ ਵਿੱਚ ਹੀ ਤਰੱਕੀ ਕਰਦੇ। ਆਪਣੇ ਦੇਸ਼ ਦੀ ਗੱਲ ਕਰ ਲਓ, ਸਾਡੇ ਅੰਗਰੇਜ਼ ਬਾਅਦ 'ਚ ਐਂਟਰੀ ਹੋਈ ਇਹਨਾਂ ਦੀ, ਸਤਲੁਜ ਬਾਅਦ 'ਚ ਕ੍ਰਾਸ ਕੀਤਾ, ਕਿਉਂਕਿ ਖਾਲਸਾ ਰਾਜ ਸੀਗਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸੀਗਾ। ਉਹਨਾਂ ਨੇ ਇਹਨਾਂ ਨੂੰ ਕਹਿਤਾ ਕਿ ਤੁਹਾਨੂੰ ਨਹੀਂ ਮੈਂ ਉਹਨਾਂ ਦਿਨ ਵੰਡਣ ਦੇਣਾ ਜਿੰਨੀ ਦੇਰ ਤੱਕ ਮੈਂ ਜੀਣਾ। ਤੁਸੀਂ ਪੰਜਾਬ ਦੇ ਵਿੱਚ ਨਹੀਂ ਐਂਟਰੀ ਲਾਓਗੇ, ਕੋਈ ਹਮਲਾ ਨਹੀਂ ਕਰੋਗੇ। ਸੰਧੀ ਵੀ ਹੋ ਗਈ, ਉਹ ਨਹੀਂ ਆਏ। ਔਰ ਅੰਗਰੇਜ਼ੀ ਦੀ ਗੱਲ ਕੀਤੀ ਤੁਸੀਂ, ਜੇ ਅੰਗਰੇਜ਼ੀ ਤੁਸੀਂ ਰਿਕਸ਼ੇ ਵਾਲੇ ਨਾਲ ਬੋਲੋਗੇ ਤਾਂ ਕੇਰਲਾ ਦਾ, ਮਦਰਾਸ ਦਾ, ਕਰਨਾਟਕ ਦਾ ਰਿਕਸ਼ੇ ਵਾਲੇ ਤੁਹਾਨੂੰ ਗੱਲ ਨਹੀਂ ਕਰਨ ਦਊਗਾ। ਅਤੇ ਪੰਜਾਬ 'ਚ ਅਸੀਂ ਜੇ ਪੜ੍ਹਦੇ ਹਾਂ ਅੰਗਰੇਜ਼ੀ ਜਾਂ ਲਿਖਦੇ ਹਾਂ ਤਾਂ ਕਿਸੇ ਨੂੰ ਇੰਨੀ ਅੰਗਰੇਜ਼ੀ ਫਲੂਐਂਟਲੀ ਨਹੀਂ ਬੋਲਣੀ ਆਉਂਦੀ, ਇੰਨਾ ਨਹੀਂ ਬੋਲ ਸਕਦੇ। ਜਿਹੜੀ ਕਮਿੰਗ ਜਨਰੇਸ਼ਨ ਹੈ ਹੁਣ ਪੜ੍ਹ ਲਿਖ ਗਈ ਆ, ਜਿਹਦੇ ਵਿੱਚ ਪੜ੍ਹ ਕੇ ਬਾਹਰ ਜਾ ਰਹੇ ਆ, ਹੈ ਨਾ, ਉਹਦੇ ਵਿੱਚ ਆਈਲੈਟਸ ਵੀ ਕਰਦੇ ਆ, ਬਾਹਰ ਜਾ ਰਹੇ ਆ, ਪੜ੍ਹਦੇ ਆ, ਸਿਲੇਬਸ ਵੀ ਅੰਗਰੇਜ਼ੀ ਆ ਗਈ। ਅੱਗੇ ਅੰਗਰੇਜ਼ੀ 6ਵੀਂ ਤੋਂ ਲੱਗਦੀ ਸੀ, ਹੁਣ ਪਹਿਲੀ ਤੋਂ, ਹੈ ਨਾ, ਪਹਿਲੀ ਜਮਾਤ ਤੋਂ ਲੱਗ ਜਾਂਦੀ ਹੈ। ਔਰ ਤਦ ਕਰਕੇ ਬੱਚੇ ਅੰਗਰੇਜ਼ੀ ਜ਼ਿਆਦਾ ਪੜ੍ਹਨ ਲੱਗ ਪਏ। ਇਸ ਕਰਕੇ ਤੁਹਾਡੀ ਗੱਲ ਸਹੀ ਹੈ, ਬਾਹਰ ਜਾਣ ਕਰਕੇ, ਬਾਹਰ ਅਸੀਂ ਚਾਹੁੰਦੇ ਕਿ ਸਾਡੀ ਗੱਲ ਤਾਂ ਸਮਝਣ ਉੱਥੇ ਜਾ ਕੇ। ਹਾਂ, ਪਹਿਲੇ ਲੋਕ ਜਿੰਨੇ ਵੀ ਅੱਜ ਸਾਡੇ ਬੈਠੇ ਨੇ NRI ਵੀਰ, ਇੰਗਲੈਂਡ 'ਚ ਬੈਠੇ ਆ ਜਾਂ ਅਮਰੀਕਾ 'ਚ ਬੈਠੇ ਆ,
ਜਾਂ ਦੂਸਰੇ ਕੈਨੇਡਾ 'ਚ ਬੈਠੇ ਆ, ਤੁਸੀਂ ਦੇਖ ਲਓ ਉਹਨਾਂ ਦੀ ਅੰਗਰੇਜ਼ੀ ਇੰਨੀ ਵਧੀਆ ਨਹੀਂ ਹੋਊਗੀ ਜਿੰਨੀ ਨਵੇਂ ਮੁੰਡੇ ਗਏ ਆ ਉਹਨਾਂ ਦੀ। ਇਹ ਬਿਲਕੁਲ। ਤੇ ਹੁਣ ਸਿੱਖਿਆ ਨੀਤੀ ਦੇ ਨਾਲ ਪੰਜਾਬ ਦੇ ਵਿੱਚ ਜੀ ਖੇਡ ਨੀਤੀ ਨੂੰ ਵੀ ਹਰੀ ਝੰਡੀ ਮਿਲੀ, ਕਿਉਂਕਿ ਪੜ੍ਹਨ ਦੇ ਨਾਲ ਖੇਡਣਾ ਵੀ ਜ਼ਰੂਰੀ ਹੈ। ਜ਼ਰੂਰੀ ਜ਼ਰੂਰੀ। ਤਾਂ ਫਿਰ ਇਹ ਹਰੀ ਝੰਡੀ ਮਿਲੀ ਹੈ ਪੰਜਾਬ ਮੰਤਰੀ ਮੰਡਲ ਵੱਲੋਂ ਨਵੀਂ ਖੇਡ ਨੀਤੀ ਨੂੰ, ਜੋ ਪੰਜਾਬ ਦੇ ਵਿੱਚ ਲਾਗੂ ਹੋਣ ਜਾ ਰਹੀ ਹੈ। ਇਹ ਗੱਲ ਵਧੀਆ, ਤੁਸੀਂ ਦੋ ਨੀਤੀਆਂ ਦੀ ਗੱਲ ਕਰ ਦਿੱਤੀ, ਨਾਲ ਹੀ ਬਹੁਤ ਵਧੀਆ ਲੜੀ ਜੋੜ ਦਿੱਤੀ ਹੈ। ਔਰ ਜਿਹਦੇ ਵਿੱਚ ਖੇਡ ਨੀਤੀ ਨੂੰ ਹਰੀ ਝੰਡੀ ਦਿੱਤੀ, ਹੁਣੇ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਹੋਰ ਵੀ ਮੁੱਦੇ ਬੜੇ ਆਏ ਆ ਜਿਨ੍ਹਾਂ ਨੂੰ ਇਹਨਾਂ ਨੇ ਪੂਰੀਆਂ ਕਰਨ ਦਾ ਯਤਨ ਕੀਤਾ ਔਰ ਐਲਾਨ ਕੀਤਾ। ਔਰ ਆਹ ਮੁੱਦਾ ਜਿਹੜਾ ਹੈਗਾ ਸੀਗਾ ਬੜਾ ਭਖਿਆ ਸੀਗਾ ਕਿ ਇਹਦੇ ਵਿੱਚ ਖੇਡ ਨੀਤੀ ਜਿਹੜੀ ਉਹਨੂੰ ਰੁਕੀ ਪਈ ਸੀ, ਉਹਦੇ 'ਚ ਬਜਟ ਇਹਨਾਂ ਦੇ ਦਿੱਤਾ। ਔਰ ਉਹਦੇ ਵਿੱਚ ਖੇਡੇ ਵਤਨ ਪੰਜਾਬ ਪਹਿਲੋਂ ਹੋਇਆ, ਉਹ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੀਗਾ ਜਲੰਧਰ, ਇੱਥੇ ਖੇਡਾਂ ਹੋਈਆਂ। ਭਗਵੰਤ ਮਾਨ ਖੁਦ ਆਏ ਇੱਥੇ, ਉਹਨਾਂ ਨੇ ਵਾਲੀਬਾਲ ਖੇਡਿਆ ਇੱਥੇ। ਔਰ ਉਦੋਂ ਪਹਿਲੋਂ ਕੁਸ਼ਤੀਆਂ ਵੀ ਕਰਵਾਈਆਂ ਇਹਨਾਂ ਨੇ, ਔਰ ਯੋਗਾ ਵੀ ਕਰਵਾਇਆ। ਔਰ ਉਹ ਹੁਣ ਆਹ ਜਿਹੜੀ ਨੀਤੀ ਬਣਾਈ ਉਹਨੂੰ ਹਰੀ ਝੰਡੀ ਦੇ ਕੇ ਬਜਟ ਦੇ ਦਿੱਤਾ। ਬਜਟ ਦੇਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਇਸ ਵੇਲੇ ਬੜੀ ਮਾਣ ਦੀ ਗੱਲ ਹੈ ਕਿ ਜਿਹੜੀ ਇੰਡੀਅਨ ਹਾਕੀ ਆ ਉਹਦੇ ਵਿੱਚ 11 ਪਲੇਅਰ ਜਿਹੜੇ ਆ ਪੰਜਾਬ ਦੇ ਆ, ਅਤੇ ਪੰਜਾਬ ਤੋਂ ਬਾਅਦ 4 ਮੁੰਡੇ ਜਿਹੜੇ ਹੈਗੇ ਆ ਜਲੰਧਰ ਦੇ ਆ। ਔਰ ਉਦੋਂ ਪਹਿਲਾਂ ਵੀ ਜਿਹੜੇ ਤਮਗੇ ਲਏ ਆ ਓਲੰਪਿਕ ਦੇ, ਉਹ ਸਾਡੇ ਸਰਜੀਤ ਸਿੰਘ ਜੀ ਸੀਗੇ ਜਿਨ੍ਹਾਂ ਦੀ ਐਕਸੀਡੈਂਟ ਡੈਥ ਹੋਈ ਸੀ। ਉਸ ਦਾ ਬਲਬੀਰ ਸਿੰਘ ਨੇ ਇੱਕ, ਤਾਂ ਉਹਨੂੰ ਸੀਨੀਅਰ ਬਲਬੀਰ ਸਿੰਘ ਜੀ ਆ। ਧਿਆਨ ਚੰਦ ਜੀ ਸੀਗੇ ਹਾਕੀ ਦੇ ਪਲੇਅਰ, ਜਿਹਨੂੰ ਹਿਟਲਰ ਨੇ ਕਿਹਾ ਸੀਗਾ ਕਿ ਹਾਕੀ ਦਿਖਾ ਜਰਾ, ਇਹਦੇ ਵਿੱਚ ਕੋਈ ਜਾਦੂ ਹੈ ਜਾਂ ਕੀ ਹੈ, ਕਿਸ ਤਰ੍ਹਾਂ ਦੀ, ਜਾਂ ਤੇਰੇ ਕੋਲ ਹੀ ਆਉਂਦਾ ਬਾਲ। ਇਸ ਤਰ੍ਹਾਂ ਦੇ ਪਲੇਅਰ ਹੈ ਸਾਡੇ ਜਿਨ੍ਹਾਂ ਦੇ ਨਾਂ ਗਿਣਨਯੋਗ ਆ। ਓਲੰਪਿਕ ਦੇ ਵਿੱਚੋਂ ਕਿੰਨੇ ਸੋਨੇ ਦੇ ਤਮਗੇ ਲੈਣ ਵਾਲੇ ਪੰਜਾਬ ਦੇ ਮੁੰਡੇ ਹੀ ਆ। ਔਰ ਇਹ ਬੜੀ ਮਾਣ ਦੀ ਗੱਲ ਹੈਗੀ ਆ ਕਿ ਹਾਕੀ ਹੁਣ ਚਾਹੇ ਕ੍ਰਿਕਟ ਆਉਣ ਨਾਲ ਥੋੜ੍ਹਾ ਜਿਹਾ ਥਿੜਕੀ ਹੈ, ਕੁਛ ਇੱਧਰ ਉੱਧਰ ਹੋਈ ਹੈ, ਪਰ ਹੁਣ ਫਿਰ ਦੁਬਾਰਾ ਇਹਨਾਂ ਨੇ ਸਰਜੀਤ ਕਰਨ ਲਈ ਨਵੇਂ ਸਿਰਿਓਂ ਹਾਕੀ ਦੀ ਪਨੀਰੀ ਬਣਾ ਦਿੱਤੀ ਆ। ਕ੍ਰਿਕਟ ਨੂੰ ਸਪਾਂਸਰਸ਼ਿਪਸ ਬਹੁਤ ਮਿਲਦੀਆਂ, ਬੜੀ ਆ, ਸਹੀ ਗੱਲ, ਪੈਸਾ ਮਿਲਦਾ। ਬਲਕਿ ਪਰ ਫਿਰ ਵੀ ਉਹਦੇ 'ਚ ਵੀ ਸਾਡੇ ਪੰਜਾਬ ਦੇ ਮੁੰਡੇ ਰਹੇ ਆ, ਹਰਭਜਨ ਭੱਜੀ ਔਰ ਜੋ ਰਾਜ, ਹਾਂ ਉਹਦੇ 'ਚ ਕਿੰਨੇ ਮੁੰਡੇ ਰਹੇ ਨੇ, ਬਹੁਤ ਰਹੇ ਨੇ। ਪੰਜਾਬ ਦਾ ਨਾਂ ਹਰ ਥਾਂ ਤੇ ਹੈ। ਔਰ ਜਿੱਥੋਂ ਤੱਕ ਤੁਸੀਂ ਧਿਆਨ ਚੰਦ ਜੀ ਦੀ ਗੱਲ ਕੀਤੀ ਹੈ, ਪੰਜਾਬ ਦੇ ਮਿਲਖਾ ਸਿੰਘ ਜੀ ਉੜਨ ਸਿੱਖ, ਕੀ ਬਾਤ, ਫਲਾਈਂਗ ਸਿੱਖ, ਉੜਨ ਸਿੱਖ ਉਹਨਾਂ ਨੂੰ ਕਿਹਾ ਜਾਂਦਾ। ਔਰ ਇਹ ਅਮਰੀਕਾ ਪਾਕਿਸਤਾਨ ਦੇ ਜਿਹੜੇ ਜਰਨਲ ਸੀਗੇ, ਉਹਨਾਂ ਨੇ ਉਹਨਾਂ ਨੂੰ ਜਈਆ ਖਾਨ ਭੁੱਟੋ, ਉਹਨਾਂ ਨੇ ਇਹ ਉਪਾਧੀ ਦਿੱਤੀ ਸੀ, ਕਿਉਂਕਿ ਉਹ ਕਹਿੰਦੇ ਸੀ ਯਾਰ ਇਹ ਤੇ ਦੌੜਦਾ ਹੀ ਨਹੀਂ, ਉਹਦੇ ਪੈਰ ਨਹੀਂ ਲੱਗਦੇ, ਉਹਦੇ ਪੈਰ ਨਹੀਂ ਜਾਂਦਾ ਹੈ। ਹਾਂ 400 ਮੀਟਰ ਦੀ ਜਿਹੜੀ ਰੇਸ ਸੀ ਉਹਦੇ 'ਚ ਇਸ ਤਰ੍ਹਾਂ ਜਾਂਦਾ ਸੀ। ਆਰਮੀ 'ਚ ਵੀ ਰਹੇ ਆ, ਆਰਮੀ ਤੋਂ ਹੀ ਸੀਗੇ, ਫੌਜੀ ਵੀ ਰਹੇ ਤੋਂ ਹੀ ਆਏ ਸੀ। ਔਰ ਦੇਖੋ ਕਿੰਨੇ ਛੋਟੇ ਜਿਹੇ ਘਰ ਤੋਂ ਨਿਕਲ ਕੇ ਔਰ ਕਿੱਥੋਂ ਦੁਨੀਆ ਦੇ ਵਿੱਚ ਇਹਨਾਂ ਨੇ ਐਸੀਆਂ ਪੈੜਾਂ ਬਣਾਤੀਆਂ ਕਿ ਜਦੋਂ ਚੱਲਦਾ ਸੀ ਉੱਡਦਾ ਨਜ਼ਰ ਆਉਂਦਾ ਸੀ। ਬਿਲਕੁਲ, ਹਾਂ। ਸੋ ਇਹ ਕਈ ਵਧੀਆ ਕੰਮ ਹੋ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ। ਤੇ ਇੱਕ ਹੋਰ ਨਵੀਂ ਸਕੀਮ ਜਿਹੜੀ ਉਹਨੂੰ ਪ੍ਰਵਾਨਗੀ ਮਿਲੀ ਹੈ, ਨਵੀਂ ਪ੍ਰਣਾਲੀ ਨੂੰ, ਕਿ ਜਿਹੜਾ ਆਟਾ ਦਾਲ ਸਕੀਮ ਹੈ ਉਹ ਲਾਭਪਾਤਰੀਆਂ ਦੇ ਘਰ ਪਹੁੰਚੇਗਾ। ਅਨਾਜ, ਦਾਲ, ਕਣਕ, ਇਸ ਨੀਤੀ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ। ਹਾਂ, ਇਹ ਹੁਣੇ ਇਹਨਾਂ ਦਾ ਜਿਹੜੀ ਕੱਲ੍ਹ ਮੀਟਿੰਗ ਹੋਈ ਉਹਦੇ ਵਿੱਚ ਇਹਨਾਂ ਨੇ ਦੁਬਾਰਾ ਨੀਤੀ ਨੂੰ ਲਾਗੂ ਕਰ ਦਿੱਤਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਗਰੀਬ ਲੋਕ ਨੇ, ਜਿਹੜੇ ਵੀ ਪਾਵਰਟੀ ਲਾਈਨ ਤੋਂ ਥੱਲੇ ਨੇ, ਜਿਨ੍ਹਾਂ ਦੇ ਨੀਲੇ ਕਾਰਡ ਧਾਰਕ ਨੇ, ਉਹਨਾਂ ਲਈ ਘਰੋਂ ਘਰ ਆਟਾ, ਦਾਲ ਔਰ ਉਹਦੇ ਵਿੱਚ ਅਨਾਜ ਉਹਨਾਂ ਦੇ ਘਰ ਜਾਊਗਾ। ਔਰ ਜਿੰਨਾ ਵੀ ਜਿਣਸ ਉਹਨਾਂ ਦੇ ਘਰ ਜਾਊਗੀ ਉਹਦੇ ਵਿੱਚ ਕਾਰਡ 'ਤੇ ਲਿਖਿਆ ਜਾਊਗਾ, ਪ੍ਰਤੀ ਜੀ ਉਹਨਾਂ ਨੂੰ ਮਿਲੂਗਾ। ਔਰ ਉਹਨਾਂ ਨੇ ਕਿਹਾ ਕਿ ਸਿਰਫ ਅਸੀਂ ਇਹ ਨਹੀਂ ਕਿਹਾ ਕਿ ਇਲੈਕਸ਼ਨ ਤੱਕ ਹੈਗਾ ਹੈ, ਬਰਕਰਾਰ ਰੱਖਾਂਗੇ। ਔਰ ਬੱਚੇ, ਬੁੜੇ, ਜਿਹੜੇ ਬਜ਼ੁਰਗ ਨੇ, ਉਹਨਾਂ ਲਈ ਅਸੀਂ ਮੁਫਤ ਸਾਰਾ ਕੁਝ ਦੇਵਾਂਗੇ। ਔਰ ਉਹਨਾਂ ਦੇ ਰਾਸ਼ਨ ਕਾਰਡ ਵੀ ਪਹਿਲੇ ਬਣੇ ਆ, ਉਹਨਾਂ ਰਾਹੀਂ ਵੀ ਦੇਣਗੇ ਜਿਨ੍ਹਾਂ ਦੇ ਮਤਲਬ ਨੀਲੇ ਕਾਰਡ ਨਹੀਂ ਬਣੇ। ਔਰ ਇਸ ਜਿਹੜੀ ਨੀਤੀ ਆ ਜਾਂ ਇਹ ਲਾਗੂ ਕੀਤਾ, ਇਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਕੀਤਾ ਕਿ ਲੋਕ ਜਿਹੜੇ ਆ ਭੁੱਖੇ ਨਾ ਰਹਿਣ। ਜਿਸ ਤਰ੍ਹਾਂ ਤੁਸੀਂ ਬਿਗਨਿੰਗ ਦੇ ਵਿੱਚ ਗੱਲ ਕੀਤੀ ਸ਼ੁਰੂ 'ਚ ਪ੍ਰੋਗਰਾਮ ਦੇ ਵਿੱਚ ਵੀ ਭੁੱਖਮਰੀ ਪੂਰੀ ਦੁਨੀਆ 'ਤੇ ਇਸ ਵੇਲੇ ਮਾਰ ਪਾ ਗਈ ਹੈ, ਲੋਕ ਭੁੱਖੇ ਨੇ। ਔਰ ਭੁੱਖੇ ਢਿੱਡ ਗੱਲਾਂ ਨਹੀਂ ਹੁੰਦੀਆਂ। ਇੱਕ ਜ਼ਮਾਨੇ ਦੀ ਗੱਲ ਹੈ ਕਿ ਇੱਕ ਬੱਚੀ ਨੇ ਕਾਗਜ਼ ਖਾ ਲਿਆ। ਜਦੋਂ ਕਾਗਜ਼ ਖਾ ਰਹੀ ਸੀ, ਉਹਦੀ ਮਾਂ ਨੇ ਉਹਦੇ ਲੱਪੜ ਮਾਰਿਆ ਕਿ ਤੂੰ ਕਾਗਜ਼ ਖਾਣੀ ਆ, ਬਿਮਾਰ ਹੋਏਗੀ। ਉਹਨੂੰ ਪੁੱਛਿਆ ਤੂੰ ਕਿਉਂ ਖਾਧਾ ਸੀ? ਆਂਦੀ ਇਹਦੇ 'ਤੇ ਰੋਟੀ ਬਣੀ ਸੀ, ਰੋਟੀ ਦੀ ਗੱਲ ਸੀ। ਕਹਿੰਦੇ ਨੇ ਭੁੱਖੇ ਨੇ, ਭੁੱਖੇ ਦੇ ਅੱਗੇ ਬਾਤ ਪਾਈ ਤਾਂ ਆਂਦਾ ਬੁੱਝ ਕੀ, ਆਂਦਾ ਰੋਟੀ ਦੀ ਗੱਲ ਹੁੰਦੀ ਹੈ। ਇਸ ਭੁੱਖਮਰੀ 'ਚ ਲੋਕ ਜਿਹੜੇ ਜਾ ਰਹੇ ਨੇ, ਫੁੱਟਪਾਥਾਂ 'ਤੇ ਬੈਠੇ ਆ, ਉਹ ਭੁੱਖੇ ਢਿੱਡ ਨਹੀਂ ਗੱਲਾਂ ਹੁੰਦੀਆਂ। ਔਰ ਪੰਜਾਬ ਸਰਕਾਰ ਨੇ ਵਧੀਆ ਯਤਨ ਕੀਤਾ, ਪਰ ਜੇ ਇਹਨੂੰ ਅਮਲ 'ਚ ਲਿਆਉਣ, ਜੇ ਐਲਾਨ ਤਾਂ ਅਮਲ ਦੀ ਹੈ। ਹਾਂ, ਉਹੀ ਹੈ ਨਾ, ਭੁੱਖੇ ਢਿੱਡ ਭਜਨ ਨਹੀਂ ਹੁੰਦਾ ਹੈ ਨਾ। ਸਹੀ ਗੱਲ, ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਸਾਡੇ ਬਜ਼ੁਰਗ ਕਹਿੰਦੇ ਨੇ। ਰੋਟੀ ਰੋਜ਼ੀ ਲਈ ਕਮਾਉਣ ਜਾਂਦੇ, ਜਿਹੜੇ NRI ਸਾਡੇ ਵੀਰ ਬੈਠੇ ਨੇ, ਕੰਮ ਇਸੇ ਕੰਮ ਲਈ ਬੈਠੇ ਆ। ਅਸੀਂ ਵੀ ਕੰਮ ਕਰਦੇ ਹਾਂ ਤੇ ਰੋਟੀ ਲਈ ਕੰਮ ਕਰਦੇ ਹਾਂ, ਜੇ ਅਸੀਂ ਕਰਦੇ ਹਾਂ ਖੁਸ਼ਹਾਲੀ ਲਈ ਕੰਮ ਕਰਦੇ ਹਾਂ। ਔਰ ਕਿਸੇ ਨਾ ਸ਼ਾਇਰ ਨੇ ਲਿਖਿਆ, ਦੁਨੀਆ ਮੇਂ ਕਿਆ ਕਿਆ ਖੇਲ ਦਿਖਾਤੀ ਹੈ ਰੋਟੀਆਂ, ਖੁਦ ਨਾਚਤੀ ਹੈ ਸਭ ਕੋ ਨਚਾਤੀ ਹੈ ਰੋਟੀਆਂ। ਸਹੀ ਗੱਲ। ਸੋ ਇਹ ਰੋਟੀ ਦੀ ਗੱਲ ਆਪਾਂ ਅੱਗੇ ਤੋਰਦੇ ਹਾਂ। ਹਰ ਪੀੜਤਾਂ ਲਈ ਵੀ ਮਦਦ ਪਹੁੰਚਦੀ ਪਈ ਹੈ।
ਤੇ ਅਕਾਲੀ ਦਲ ਦਾ ਵਫਦ ਵੀ ਰਾਜਪਾਲ ਸਾਹਿਬ ਨੂੰ ਮਿਲਿਆ ਹੈ। ਬਾਕੀ ਕਈ NGOs ਨੇ ਜਿਹੜੀਆਂ ਆਪਣਾ ਕੰਮ ਕਰਦੀਆਂ ਪਈਆਂ ਨੇ, ਹਰ ਥਾਂ ਤੋਂ ਫੰਡਿੰਗ ਹੋ ਰਹੀ ਹੈ, ਲੋਕੀ ਵੀ ਮਦਦ ਕਰਦੇ ਪਏ ਨੇ, ਸਰਕਾਰਾਂ ਮਦਦ ਕਰਦੀਆਂ ਪਈਆਂ ਨੇ, ਮਤਲਬ ਸਭ ਖੜੇ ਆ ਇੱਕ ਦੂਜੇ ਦੇ ਨਾਲ, ਸੋ ਇਹ ਚੰਗੀ ਗੱਲ ਹੈ। ਪਰ ਲੋਕ ਕਹਿੰਦੇ ਨੇ, ਬੜੇ ਬਾਹਰਲੇ ਲੋਕ ਜਿਹੜੇ ਬੈਠੇ ਨੇ ਸੂਬਿਆਂ 'ਚੋਂ, ਕਹਿੰਦੇ ਜਦੋਂ ਕਿਤੇ ਹੜ੍ਹ ਆਉਂਦਾ ਜਾਂ ਪਾਣੀ ਦਾ ਬਹਾਵ ਆਉਂਦਾ ਉਦੋਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ, ਤੇ ਕਹਿੰਦੇ ਇੱਕੋ ਸੂਬਾ ਪੰਜਾਬ ਆ ਜਿੱਥੇ ਸਾਰੀਆਂ ਚੀਜ਼ਾਂ ਸਸਤੀਆਂ ਤੇ ਮੁਫਤ ਹੋ ਜਾਂਦੀਆਂ। ਇਹ ਦੇਖੋ, ਜਦੋਂ ਲੜਾਈ ਲੱਗਦੀ ਆ, ਜਦੋਂ ਪਾਕਿਸਤਾਨ ਨਾਲ ਸਾਡੀ ਲੜਾਈ ਲੱਗੀ ਆ 65 ਦੇ ਵਿੱਚ, 71 ਦੇ ਵਿੱਚ, 62 ਦੇ ਵਿੱਚ ਚਾਈਨਾ ਨਾਲ, ਉਹਨਾਂ ਲੜਾਈਆਂ ਦੇ ਵਿੱਚ ਚੀਜ਼ਾਂ ਮਹਿੰਗੀਆਂ ਹੋ ਗਈਆਂ, ਪਰ ਪੰਜਾਬ ਵਿੱਚ ਲੰਗਰ ਲੱਗ ਗਏ ਸੀ, ਪੰਜਾਬ 'ਚ ਸਸਤਾ ਹੋ ਗਿਆ ਸੀ ਅਨਾਜ। ਇਹ ਗੱਲਾਂ ਪੰਜਾਬ ਨੂੰ ਜਾਂਦੀਆਂ। ਇਹ ਵਿਪਤਾ ਵੇਲੇ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਆ। ਹੁਣ ਜਿਹੜਾ ਵਫਦ ਹੈਗਾ ਅਕਾਲੀ ਦਲ ਦਾ, ਇਹ ਮਿਲਿਆ ਗਵਰਨਰ ਸਾਹਿਬ ਨੂੰ, ਉਹਨਾਂ ਨੂੰ ਮਿਲ ਕੇ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਤਾਂ ਚਾਹੁੰਦੇ ਹਾਂ ਪੰਜਾਬ ਸਰਕਾਰ ਪੀੜਤਾਂ, ਜਿਹੜੇ ਹੜ੍ਹ ਪੀੜਤ, ਉਹਨਾਂ ਦੀ ਬਾਂਹ ਫੜੇ ਔਰ ਉਹਨਾਂ ਨੂੰ ਪੈਸਾ ਦੇਵੇ। ਉੱਚ ਅਕਾਲੀ ਦਲ ਨੇ SGPC ਨੂੰ, ਸ਼੍ਰੋਮਣੀ ਜਿਹੜਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਆ, ਉਹਨਾਂ ਨੂੰ ਹੁਕਮ ਕਰਦੇ ਆ, ਉਹ ਵੀ ਲੱਗੇ ਪਏ ਆ। ਉਹਨਾਂ ਨੇ ਕੱਪੜਾ ਵੀ ਭੇਜਿਆ, ਪੈਸੇ ਵੀ ਭੇਜੇ, ਅਨਾਜ ਵੀ ਭੇਜਿਆ, ਆਟਾ ਵੀ ਭੇਜਿਆ, ਰੋਟੀਆਂ ਵੀ ਜਾ ਰਹੀਆਂ, ਹਰ ਚੀਜ਼, ਔਰ ਦਵਾਈਆਂ ਵੀ ਜਾ ਰਹੀਆਂ। ਇਹ SGPC ਦਾ ਕਿੱਡਾ ਵੱਡਾ ਯਤਨ ਆ। ਔਰ ਪੰਜਾਬ ਸਰਕਾਰ ਨੇ 19 ਜ਼ਿਲ੍ਹਿਆਂ ਵਿੱਚ ਪੈਸਾ ਵੰਡ ਦਿੱਤਾ, ਦੇ ਦਿੱਤਾ। ਔਰ ਜਿਹੜੀ ਗਿਰਦਾਵਰੀ ਹੋਈ ਆ, ਫਸਲਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ। ਕਿਸਾਨ ਵੀ ਸਾਡੇ ਬਾਹਰ ਵੀ ਬੈਠੇ ਨੇ, ਇੱਥੇ ਵੀ ਆ। ਔਰ ਜਿਹੜੀ ਫਸਲਾਂ ਦੀ ਗਿਰਦਾਵਰੀ ਸਪੈਸ਼ਲ ਹੋ ਗਈ ਆ, ਉਹਦੇ 'ਤੇ ਉਹਨਾਂ ਨੇ ਕਹਿਤਾ 15 ਅਗਸਤ ਤੋਂ ਪਹਿਲਾਂ ਇਹਨਾਂ ਦੇ ਅਕਾਊਂਟ 'ਚ ਪੈਸਾ ਚੱਲ ਜੂਗਾ। ਔਰ 1500 ਕਰੋੜ ਕੇਂਦਰ ਕੋਲ ਮੰਗ ਲਿਆ ਇਹਨਾਂ ਨੇ ਇਹਦੇ ਹੜ੍ਹ ਪੀੜਤਾਂ ਨੂੰ ਵੰਡਣ ਲਈ। ਉਹ ਵੀ ਸਰਕਾਰ ਕੇਂਦਰ ਨੇ ਮੰਨ ਗਈ ਹੈ ਕੋਈ ਪੈਸਾ ਦੇਵਾਂਗੇ। ਕੇਂਦਰ ਸਰਕਾਰ ਇਹ ਤੋਂ ਨਹੀਂ ਮੁਨਕਰ ਹੋਊਗੀ, ਕਿਉਂਕਿ ਵਿਪਤਾ ਵਾ, ਇਹ ਸਾਰਿਆਂ ਦੀ ਵਿਪਤਾ ਇੱਕੋ ਤਰ੍ਹਾਂ ਦੀ ਹੈਗੀ ਆ। ਔਰ ਪਿੰਡਾਂ ਦੇ ਪਿੰਡ ਡੁੱਬ ਗਿਆ, ਔਰ ਉਹ ਘਰਾਂ 'ਚ ਦੁਬਾਰਾ ਨੁਕਸਾਨ ਹੋ ਗਿਆ, ਕੋਠੇ ਡਿੱਗ ਪਏ ਆ, ਛੱਤਾਂ ਚੋਣ ਲੱਗ ਪਈਆਂ। ਮੀਂਹ ਵੀ ਚੰਗਾ ਪੈ ਗਿਆ, ਮਾਨਸੂਨ ਪਾਉਣਾ ਥੋੜ੍ਹੀਆਂ ਜਿਹੀਆਂ ਐਤਕੀ ਅਰਲੀ ਆ ਗਈਆਂ, 8 ਦਿਨ ਪਹਿਲੋਂ ਆ ਗਈਆਂ। ਔਰ ਮੀਂਹ ਜਿਹੜੇ ਪਏ ਆ, ਦਰਿਆ ਓਵਰਫਲੋ ਹੋ ਗਿਆ। ਔਰ ਉਹਦੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ। ਜਿਹੜਾ ਭਾਖੜਾ ਡੈਮ ਦੇ ਫਲੱਡ ਜਿਹੜਾ ਸੀਗਾ, ਉਹ ਖਤਰੇ ਤੋਂ ਥੱਲੇ ਨਿਸ਼ਾਨ ਤੋਂ ਉਹ ਜਾਇਜ਼ਾ ਲੈ ਕੇ ਆਏ ਆ। ਔਰ ਉਹਨਾਂ ਨੇ ਕਹਿਤਾ ਵੀ ਉਹਦੇ ਵਿੱਚ ਕੋਈ ਇੱਦਾਂ ਦੀ ਖਤਰੇ ਵਾਲੀ ਗੱਲ ਨਹੀਂ। ਔਰ ਪਾਕਿਸਤਾਨ ਨੇ ਵੀ ਬਾਂਹ ਫੜੀ ਆ। ਉਹਨਾਂ ਨੇ ਆਪਣੇ ਛੋਟੇ ਵੀਰ ਜਾਂ ਵੱਡੇ ਵੀਰ ਪੰਜਾਬ ਦੇ, ਉਹਨਾਂ ਨੇ ਜੋ ਫਲੱਡ ਗੇਟ ਸੀ ਖੋਲ੍ਹ ਦਿੱਤੇ, ਪਾਣੀ ਉੱਧਰ ਵੀ ਚਲੇ ਗਿਆ। ਇਹ ਵਿਪਤਾ ਦੇ ਵੇਲੇ ਕੰਮ ਆਉਣ ਦੀ ਗੱਲ ਆ। ਅਸੀਂ ਕਹਿੰਦੇ ਸਾਡੇ ਨਾਲ ਲੜਦੇ ਆ, ਸਾਡੇ ਬੰਦੇ ਮਾਰਦੇ ਆ, ਸਾਡੀ ਫੌਜਾਂ ਨੂੰ ਤੰਗ ਕਰਦੇ ਆ, ਵਿਪਤਾ 'ਚ ਵੱਡਾ ਕੰਮ ਆਇਆ। ਉਹਨਾਂ ਨੇ ਆਪਣੀ ਹਿੱਕ ਖੋਲ੍ਹਤੀ ਹੈ ਕਿ ਇੱਧਰ ਆ ਜਾਓ, ਇਸ ਪਾਸੇ ਆ ਜਾਓ, ਅਸੀਂ ਤੁਹਾਡੇ ਲਈ ਲੰਮੇ ਪਏ ਹਾਂ ਜ਼ਮੀਨ 'ਤੇ, ਪਾਣੀ ਸੁੱਟ ਦਿਓ ਸਾਡੇ 'ਤੇ। ਇਹ ਬਹੁਤ ਵੱਡੀ ਯਤਨ ਹੈ, ਬਹੁਤ ਵੱਡੀ ਪਿਆਰ ਤੇ ਮੁਹੱਬਤ ਦੀ ਗੱਲ। ਤੁਸੀਂ ਕਹਿੰਦੇ ਛੋਟੇ ਵੀਰ, ਵੱਡੇ ਵੀਰ, ਮੈਂ ਕਹਿੰਦਾ ਜੁੜਵੇਂ ਵੀਰ। ਸਹੀ ਗੱਲ ਤੁਹਾਡੀ। ਛੋਟੇ ਵੱਡੇ ਨਹੀਂ ਹੈਗੇ, ਇਕੱਠੇ ਹੀ ਤਾਂ ਜੰਮੇ ਆ। ਬਿਲਕੁਲ ਇੱਕੋ ਮਾਂ, ਧਰਤੀ ਮਾਂ ਤੇ ਇੱਕੋ ਹੀ ਆ, ਧਰਤੀ ਮਾਂ ਇੱਕੋ ਹੀ ਆ, ਆਜ਼ਾਦੀ ਵੀ ਇੱਕੋ ਦਿਨ ਮਿਲੀ ਹੈ। ਭਾਰਤ ਮਾਂ ਤਾਂ ਪਹਿਲੋਂ ਭਾਰਤ ਮਾਂ ਸੀ, ਪਾਕਿਸਤਾਨ ਤੋਂ ਬਾਅਦ 'ਚ ਬਣਿਆ ਹੈਗਾ। ਇਕੱਠੇ ਹੀ ਅਗਸਤ ਦੀ ਉਹੀ ਇੱਕ ਦਿਨ ਦਾ ਹੀ ਫਰਕ ਹੈ, ਜੁੜਵਾ ਹੀ ਹੈਗੇ। ਜਿੱਦਾਂ ਪੰਜਾਬ 'ਚੋਂ ਨਿਕਲਿਆ, ਹਿਮਾਚਲ ਵੀ ਇਹਦਾ ਨਿੱਕਾ ਵੀਰ ਆ, ਹਰਿਆਣਾ ਵੀ ਨਿੱਕਾ ਹੀ ਆ, ਕਿਉਂਕਿ ਉਹ 68 ਦੇ ਵਿੱਚ ਹੀ ਗਿਆ ਇਹਦੇ ਨਾਲੋਂ। ਇਹ 1947 'ਚ ਬਣਿਆ ਪੰਜਾਬ, ਅਨਡਿਵਾਈਡਡ ਪੰਜਾਬ। ਬਿਲਕੁਲ। ਤੇ ਆਹ ਹੁਣ ਇੱਕ ਨਵਾਂ ਜੋ ਰਿਪੋਰਟ ਮਿਲ ਰਹੀ ਹੈ ਸਾਨੂੰ ਕਿ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਸੋ ਇਹ ਕੀ ਹੈਗਾ? ਇਹ ਹੋਇਆ ਸੀਗਾ 15 ਅਗਸਤ ਆ ਰਿਹਾ। ਬਿਲਕੁਲ 15 ਅਗਸਤ ਦੇ ਵਿੱਚ ਜਿਹੜੀਆਂ ਗੁਫੀਆ ਏਜੰਸੀਆਂ ਨੇ ਸਾਡੀਆਂ, ਉਹਨਾਂ ਨੇ ਵੇਖਿਆ ਕਿ ਇਹਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਹੈਗੀ ਆ, ਉਹਦੇ ਕੁਝ ਕਾਰਕੁਨ ਨੇ, ਉਹਦੇ ਕੁਝ ਜਥੇ ਨੇ, ਉਹਨਾਂ ਨੇ ਆਪਣੀ ਵਿਉਂਤ ਬਣਾਈ ਸੀ ਕਿ ਇਹਦੇ ਵਿੱਚ ਅਸੀਂ VVIP ਔਰ ਇਹਦੇ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਲੋਕ ਆ ਜਾਂ ਦੂਸਰੇ ਲੋਕ ਨੇ, ਉਹਨਾਂ ਨੂੰ ਅਸੀਂ ਨੁਕਸਾਨ ਪਹੁੰਚਾਵਾਂਗੇ। ਔਰ ਡਾਇਰੈਕਟਰ ਜਨਰਲ ਪੁਲਿਸ ਜਿਹੜੇ ਨੇ ਰਾਹੁਲ ਯਾਦਵ ਜੀ, ਉਹਨਾਂ ਨੇ ਇਨਕਸ਼ਾਫ ਕਰ ਦਿੱਤਾ। ਉਹਨਾਂ ਨੇ ਕਹਿਤਾ ਕਿ ਅਸੀਂ ਮੁੰਡੇ ਫੜ ਲਏ ਆ, ਔਰ ਕੁਝ ਜਥੇਬੰਦੀਆਂ ਅਜੇ ਐਕਸ਼ਨ ਦੇ ਵਿੱਚ ਹੈਗਾ। ਪਰ ਉਹਨਾਂ ਨੇ ਕਹਿਤਾ ਕਿ ਹਥਿਆਰ ਜਿਹੜੇ ਵੈਪਨ ਆ ਰਹੇ ਉਹਨਾਂ ਨੂੰ ਬਾਹਰੋਂ ਆਏ ਆ, ਪਾਕਿਸਤਾਨ 'ਚੋਂ ਆਏ ਆ। ਔਰ ਉਹਦੇ ਵਿੱਚ ਕੁਝ ਜਥੇਬੰਦੀਆਂ ਉੱਧਰ ਵੀ ਇਹਨਾਂ ਦੀ ਬੈਠੀਆਂ, ਉਹਨਾਂ ਵਿੱਚ ਗਰੁੱਪ ਬੈਠੇ ਆ। ਪਰ ਉਹਦੇ ਵਿੱਚ ਚਾਹੁੰਦੇ ਕਿ ਹੁਣ ਇਸ ਵੇਲੇ ਜਿਹੜਾ ਖਦਸ਼ਾ ਸੀ, ਜਿਹੜਾ ਸੀ ਨੁਕਸਾਨ ਸੀ, ਉਹ ਟਲ ਗਿਆ, ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਸੀਗਾ ਉਹਦੇ ਵਿੱਚ ਇਹ ਬੜਾ ਸੈਂਸਿਟਿਵ ਟਾਈਮ ਹੁੰਦਾ। ਕੁਝ ਸੈਂਸਿਟਿਵ ਏਰੀਏ ਵੀ ਹੁੰਦੇ ਜਿਨ੍ਹਾਂ 'ਚ ਫੋਰਸਾਂ ਜ਼ਿਆਦਾ ਲਾ ਦਿੰਦੇ ਆ। ਔਰ 26 ਜਨਵਰੀ 'ਤੇ ਔਰ 15 ਅਗਸਤ 'ਤੇ ਇਸ ਤਰ੍ਹਾਂ ਦੇ ਹਾਦਸੇ ਹੋਣ ਦਾ ਖਤਰਾ ਹੁੰਦਾ। ਔਰ ਇਹਨਾਂ ਨੇ ਕਹਿਤਾ ਵੀ ਉਹ ਟਲ ਗਿਆ, ਅਸੀਂ ਫੜ ਲਏ ਆ। ਔਰ ਉਹ ਫੜਨ ਤੋਂ ਬਾਅਦ ਅਰੈਸਟ ਹੋਏ ਆ। ਹੁਣ ਉਹਨਾਂ ਨੇ ਸਾਰੇ ਭੇਦ ਖੋਲ੍ਹਤੇ ਆ ਕਿ ਅਸੀਂ ਇੱਥੇ ਅਟੈਕ ਕਰਨੇ ਸੀ, ਇੱਥੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਸੀਗਾ, ਔਰ ਸਾਡੀਆਂ ਖਬਰਾਂ ਆਉਣੀਆਂ ਸੀਗੀਆਂ। ਅਸੀਂ ਪਹਿਲੋਂ ਜਿਹੜੀ ਅੰਡਰਗਰਾਊਂਡ ਹੋ ਜਾਂਦੇ ਆ, ਫਿਰ ਉਹਦੇ ਵਿੱਚ ਅਸੀਂ ਬਾਹਰ ਆਉਂਦੇ ਹਾਂ। ਇਹ ਚੀਜ਼ਾਂ ਜਿਹੜੀਆਂ ਏਜੰਸੀਆਂ ਨੇ ਫੜੀਆਂ, ਜਿਹੜੀਆਂ ਖੁਫੀਆ ਏਜੰਸੀਆਂ ਨੇ, CID ਹੈਗੀ ਆ ਔਰ CBI ਆ, ਉਹ ਵੀ ਮਗਰ ਲੱਗੀ ਸੀ। ਇਹ ਸਾਰਾ ਕਿੱਸਾ ਜਿਹੜਾ ਇਸ ਵੇਲੇ ਇਹਨਾਂ ਨੇ ਸਾਰਾ ਆਪਣੇ ਹਵਾਲੇ ਕਰਕੇ ਉਹਨਾਂ ਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ, ਔਰ ਇਹ ਖਤਰਾ ਟਲ ਗਿਆ। ਅਤੇ ਪੰਜਾਬ ਫਿਰ ਜਿਹੜਾ ਹੈਗਾ ਇਸ ਵੇਲੇ ਇਸ ਖਤਰੇ ਤੋਂ ਦੂਰ ਚਲੇ ਗਿਆ।
ਖਤਰੇ ਤੋਂ ਦੂਰ ਹੀ ਰਹਿਣਾ ਚਾਹੀਦਾ ਜੀ, ਜੀ। ਕਿਉਂਕਿ ਹਾਲਾਤ ਬੜੇ ਹਾਂ, ਪੰਜਾਬ ਨੇ ਪਹਿਲਾਂ ਵੀ ਭੁਗਤ ਚੁੱਕਿਆ ਹੈ ਬਿਲਕੁਲ ਤੇ ਹੁਣ ਦੁਬਾਰਾ ਤੋਂ ਇੱਕ ਸਹੀ ਗੱਲ। ਘਟਨਾਵਾਂ 84 ਨਹੀਂ ਵਿੱਚ ਹੋਣੀਆਂ ਕੀ ਕੁਛ ਹੈ, ਚਾਹੀਦੀਆਂ, ਬਹੁਤ ਨੌਜਵਾਨ ਕੁਛ ਹੋ ਮਾਰੇ ਚੁੱਕਿਆ ਗਏ। ਹੈ। 84 ਚ ਵੀ ਹੋਇਆ, 47 ਵਿੱਚ ਵੀ 47 ਪੰਜਾਬ ਦਾ ਹੀ ਹੋਇਆ, ਬਿਲਕੁਲ ਪੰਜਾਬ 'ਚ। 1966 ਵਿੱਚ ਵੀ ਪੰਜਾਬ ਦਾ ਹੀ ਹੋਇਆ। ਇਹ ਬਾਰਡਰ ਤੇ ਹੈ ਨਾ, ਇਹ ਅੱਗੇ ਬਾਰਡਰ ਤੇ ਬੈਠਾ ਹੈ, ਦਰਾ ਖੈਬਰ ਵੀ ਇੱਧਰ ਖੁੱਲਦਾ। ਸਭ ਤੋਂ ਪਹਿਲਾਂ ਪੰਜਾਬੀਆਂ ਨੇ ਹੀ ਸਾਹਮਣਾ ਕੀਤਾ ਹਮਲਾਵਰਾਂ ਦਾ 1947 ਤੋਂ ਪਹਿਲਾਂ ਵੀ ਜਦੋਂ ਆਉਂਦੇ ਰਹੇ ਨੇ। 1947 ਦੇ ਵਿੱਚ ਵੰਡ ਹੋਈ, ਪੰਜਾਬ ਦੀ ਵੰਡ ਹੋਈ ਜਿੱਥੋਂ ਪਾਕਿਸਤਾਨ ਦਾ ਜਨਮ ਹੈ। 1966 ਦੇ ਵਿੱਚ ਫਿਰ ਪੰਜਾਬ ਵੰਡਿਆ ਗਿਆ ਭਾਸ਼ਾ ਦੇ ਆਧਾਰ ਦੇ ਉੱਤੇ, ਆ ਉਹਦੇ ਚੋਂ ਹਰਿਆਣੇ ਦਾ ਜਨਮ ਹੋਇਆ, ਹਿਮਾਚਲ ਦਾ ਜਨਮ ਹੋਇਆ। ਫਿਰ 1984 ਉਸ ਤੋਂ ਪਹਿਲਾਂ ਦਾ ਜੋ ਘਟਨਾਕ੍ਰਮ ਰਿਹਾ ਉਹ ਸੋ ਹਮੇਸ਼ਾ ਇਹੀ ਹਾਲਾਤ ਬਣੇ ਰਹੇ ਨੇ। ਔਰ ਅੱਜ ਵੀ ਕਿੱਦਾਂ ਪ੍ਰੈਸ਼ਰ ਦੇ ਅੰਦਰ ਹੈ, ਹਰ ਤਰ੍ਹਾਂ ਦਾ ਪ੍ਰੈਸ਼ਰ, ਪੋਲੀਟੀਕਲ ਪ੍ਰੈਸ਼ਰ ਵੀ ਹੈ, ਇਕਨੋਮਿਕ ਪ੍ਰੈਸ਼ਰ ਵੀ ਹੈ ਔਰ ਸੋਸ਼ਲ ਪ੍ਰੈਸ਼ਰ, ਕਿਉਂਕਿ ਸਾਡੇ ਬਹੁਤ ਨੌਜਵਾਨ ਛੱਡ ਕੇ ਪੰਜਾਬ ਨੂੰ ਬਾਹਰ ਜਾ ਰਹੇ ਨੇ ਔਰ ਇੱਥੇ ਨੌਜਵਾਨੀ ਬਹੁਤ ਘਟਦੀ ਜਾ ਰਹੀ ਹੈ। ਇਹ ਪ੍ਰੈਸ਼ਰ, ਨਸ਼ਿਆਂ ਦਾ ਦਰਿਆ, ਉਹ ਵੀ ਪੰਜਾਬ ਦੇ ਅੰਦਰ। ਸਹੀ ਗੱਲ। ਮਤਲਬ ਕੀ ਕੁਝ ਨਹੀਂ ਹੋ ਰਿਹਾ ਇਹਦੇ ਵਿੱਚ ਵੀ। ਦੇਖੋ ਗੁਰੂ ਸਾਹਿਬਾਨ ਦੀ ਸਾਨੂੰ ਬਖਸ਼ਿਸ਼ ਹੈ ਕਿ ਅਸੀਂ ਜਿਉਂਦੇ ਜਾਗਦੇ ਖੜੇ ਔਰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖਦੇ ਹੋਏ ਮਿਹਨਤ ਕਰਦੇ ਪਏ। ਆਦਤਾਂ ਨੂੰ ਜਿਹੜਾ ਨਾ ਕੰਟਰੋਲ ਕਰਨਾ ਜਾਂ ਉਹਨਾਂ ਨਾਲ ਲੜਨਾ ਜਾਂ ਮੁਹਿੰਮਾਂ ਤੇ ਜਿਹੜਾ ਅੱਗੇ ਸਿਰ ਢਾ ਕੇ ਰੋਕਣਾ ਪੰਜਾਬੀਆਂ ਦੇ ਰਿਹਾ, ਪਹਿਲੋਂ ਹੀ ਇਹਨਾਂ ਦੇ ਸੁਭਾਅ 'ਚ ਰਿਹਾ, ਖੂਨ 'ਚ ਹੈ। ਇਹ ਖੂਨ 'ਚ ਰਿਹਾ। ਤੇ ਇਸੇ ਕਰਕੇ ਅਸੀਂ ਜਿਉਂਦੇ, ਇਸੇ ਕਰਕੇ ਅਸੀਂ ਲੋਕਾਂ ਦਾ ਭਲਾ ਕਰਦੇ, ਇਸੇ ਕਰਕੇ ਪੰਜਾਬ ਵਿੱਚ ਬੈਠੇ ਹਾਂ। ਤੇ ਮੇਰੇ ਖਿਆਲ ਸਮਾਂ ਵੀ ਹੋ ਰਿਹਾ ਹੈ ਜੀ ਕਿ ਅਸੀਂ ਹੁਣ ਆਪਣੇ ਦਰਸ਼ਕਾਂ ਨੂੰ ਕਹੀਏ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਜੀ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਸਤਿ ਸ਼੍ਰੀ ਅਕਾਲ।